हेलो एवरीवन वेलकम टू केमिस्ट्री रियल। आज बेटे ਆਪਾਂ क्लास +1 ਦਾ ਚੈप्टर P block elements one shot 'ਚ ਹੀ ਕੰਪਲੀਟ ਕਰਾਂਗੇ। ਸੋ द ਚੈप्टर नेम इज P block elements ਔਰ P block बेटा ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੀਰੀਓਡਿਕ ਟੇਬਲ ਆਪਾਂ ਦੇਖਦੇ ਹਾਂ ਤਾਂ ਪੀਰੀਓਡਿਕ ਟੇਬਲ ਦੇ ਵਿੱਚ ਸਭ ਤੋਂ ਖੱਬੇ ਹੱਥ ਆਪਾਂ ਨੂੰ ਦਿਖਦਾ ਹੈ S block ਤੇ सेंटर दे विच हुंदा है D ब्लॉक और राइट साइड ते हुंदा है P ब्लॉक। सो अज अपना जिहड़ा मेन फोकस है वो ना S ब्लॉक ना D ब्लॉक ना F बल्कि इट इज गोइंग टू बी P ब्लॉक। सो P ब्लॉक दे विच 13वें तो 18वें ग्रुप तक आपां एलिमेंट्स स्टडी करने हैं। सो +1 क्लास दे विच है अपने कोले मेनली 13th एंड 14th ग्रुप और +2 क्लास ਦੇ ਵਿੱਚ ਬੇਟੇ ਆਪਾਂ ਪੜ੍ਹਦੇ हैं 15वें ਤੋਂ 18 ग्रुप तक। ठीक है। सो P ब्लॉक एलिमेंट्स ਨੂੰ P ब्लॉक एलिमेंट्स ਕਿਉਂ ਕਿਹਾ ਜਾਂਦਾ ਹੈ? ਕਿਉਂਕਿ P ब्लॉक एलिमेंट्स ਦੇ ਵਿੱਚ ਲਾਸਟ ਇਲੈਕਟ੍ਰੋਨ ਜਿਹੜਾ ਹੈ ਉਹ P ਸਬ ਸ਼ੈਲ 'ਚ ਐਂਟਰ ਕਰਦਾ ਹੈ। ਸੋ ਇਸ ਕਰਕੇ ਇਹਨਾਂ ਨੂੰ P ब्लॉक एलिमेंट्स ਕਿਹਾ ਜਾਂਦਾ ਹੈ। ਸੋ 13वें ग्रुप ਦੇ ਵਿੱਚ ਬੇਟੇ ਆਪਾਂ ਇੱਥੇ ਦੇਖ ਰਹੇ ਹਾਂ ਸਕਰੀਨ ਤੇ एलिमेंट्स के नाम लिखे हुए हैं। सो केड़े केड़े एलिमेंट्स है? सब तो पहला है बोरोन। बोरोन दे बाद आंदा है एल्यूमीनियम, गैलियम, इंडियम, थैलियम। सो इन्हां दे सिंबल्स BAL, GA, IN, TL। इन्हां नूं याद करन दा एक न्यूमोनिक तुहानूं मैं पहलां भी करवा चुकी हैं, बैंगन, आलू, गाजर, इन, थैला। सो इन्हां दे जदों एटॉमिक नंबर बेटा आपां नूं याद रखण दी लोड़ नहीं है, बस इन्ना ध्यान देना है कि 5 च 8 जोड़े 13 बन गए, फिर 18 जोड़े, दैन 18 फिर ऐड किए, फिर 32 ऐड किए। ठीक है। सो इन्हां दी मेन नोट करन वाली गल की है कि बाहर वाले शैल दे विच एज यू कैन सी सैकेंड शैल बाहर वाला शैल है बोरोन दे केस च, थर्ड शैल एल्यूमीनियम दे केस च है लाइकवाइज। सो इन्हां दा जिहड़ा बाहर वाला शैल है लास्ट इलैक्ट्रॉन P दे विच दाखल हो रहा है। सो ਇੱਥੇ ਆਪਾਂ ਨੂੰ P ब्लॉक एलिमेंट ਦੀ ਡੈਫੀਨੇਸ਼ਨ ਸਮਝ ਆਂਦੀ ਹੈ। ਸੋ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ 13ਵੇਂ ਗਰੁੱਪ ਦੀ ਕੀ ਬਣ ਜਾਏਗੀ? ਇਟ ਵਿਲ ਬੀ NS2NP1। ਸੋ ਬੋਰੋਨ ਜਿਹੜਾ ਹੈ ਉਹ ਫਰਸਟ ਐਲੀਮੈਂਟ ਹੈ, ਇਸ ਕਰਕੇ ਆਪਾਂ ਇਸ 13ਵੇਂ ਗਰੁੱਪ ਨੂੰ ਪੂਰੇ ਨੂੰ ਬੋਰੋਨ ਫੈਮਿਲੀ ਕਹਿ ਦਿੰਦੇ ਹਾਂ। ਸੋ ਹੁਣ ਆਪਾਂ P ब्लॉक ਦਾ ਸਭ ਤੋਂ ਪਹਿਲਾ ਫਿਨੋਮੀਨਨ ਜਿਹਨੂੰ ਅਸੀਂ ਬਹੁਤ ਹੀ ਪੋਪੂਲਰ ਨਾਮ ਦੇ ਨਾਲ ਜਾਣਦੇ ਆ ਇਨਰਟ ਪੇਅਰ ਇਫੈਕਟ, ਉਹ ਸਟੱਡੀ ਕਰਨਾ ਹੈ। ਸੋ ਇਨਰਟ ਪੇਅਰ ਇਫੈਕਟ ਕੀ ਚੀਜ਼ ਹੁੰਦਾ ਹੈ? ਇਨਰਟ ਪੇਅਰ ਇਫੈਕਟ ਦਾ ਮਤਲਬ ਹੈ ਕਿ ਜਦੋਂ ਆਕਸੀਡੇਸ਼ਨ ਸਟੇਟ ਦੇ ਵਿੱਚ ਡਿਕਰੀਜ਼ ਹੋ ਜਾਏ ਬਾਈ 2 ਯੂਨਿਟਸ ਤਾਂ ਉਹਨੂੰ ਅਸੀਂ ਕਹਿੰਦੇ ਆ ਇਨਰਟ ਪੇਅਰ ਇਫੈਕਟ। ਇਹ ਕਿਸ ਕਰਕੇ ਹੁੰਦਾ ਹੈ ਕਿ ਬਾਹਰ ਵਾਲੇ 2 ਇਲੈਕਟ੍ਰੋਨ ਜਿਹੜੇ ਹੈ ਐਸ ਸਬ ਸ਼ੈਲ ਦੇ ਉਹ ਇਨਰਟ ਹੋ ਜਾਂਦੇ ਹੈ ਤੇ ਉਹ ਬੌਂਡਿੰਗ 'ਚ ਪਾਰਟਿਸਿਪੇਟ ਨਹੀਂ ਕਰਦੇ। ਕਿਉਂ ਪਾਰਟਿਸਿਪੇਟ ਨਹੀਂ ਕਰਦੇ? ਕਿਉਂਕਿ ਜਿਹੜੇ ਐਸ ਇਲੈਕਟ੍ਰੋਨਸ ਹੈ ਨਾ ਉਹਨਾਂ ਨੂੰ ਨਿਊਕਲੀਅਸ ਨੇ ਟਾਈਟਲੀ ਹੈਲਡ ਅਪ ਕੀਤਾ ਹੁੰਦਾ ਹੈ। ਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਓਨਲੀ P ਬਲॉक ਐਲੀਮੈਂਟਸ ਇਨਰਟ ਪੇਅਰ ਇਫੈਕਟ ਸ਼ੋ ਕਰਦੇ ਹੈ। ਸੋ ਬੇਟਾ ਆਪਾਂ ਇੱਥੇ ਇੱਕ ਡਾਇਗਰਾਮ GIF ਦੇ ਥਰੂ ਬੇਟਾ ਤੁਹਾਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਨਰਟ ਪੇਅਰ ਇਫੈਕਟ ਦੇ ਵਿੱਚ ਮੇਨਲੀ ਅਸੀਂ ਵਰਡ ਜੋ ਯਾਦ ਰੱਖਣਾ ਹੈ ਨਾ that is reluctance of outermost s electrons to participate in bonding। ਇਹ ਅਸੀਂ ਚੀਜ਼ ਯਾਦ ਰੱਖਣੀ ਹੈ ਬੇਟਾ ਕਿ ਬਾਹਰ ਵਾਲੇ ਸ਼ੈਲ ਦੇ ਜਿਹੜੇ ਐਸ ਇਲੈਕਟ੍ਰੋਨਸ ਹੈ ਉਹ ਬੌਂਡਿੰਗ 'ਚ ਭਾਗ ਲੈਣ ਤੋਂ ਰਿਲਕਟੈਂਟ ਹੋ ਜਾਂਦੇ ਹੈ, ਇਨਰਟ ਹੋ ਜਾਂਦੇ, ਬੌਂਡਿੰਗ 'ਚ ਭਾਗ ਲੈਣਾ ਪ੍ਰੈਫਰ ਨਹੀਂ ਕਰਦੇ। ਜਿਵੇਂ ਹੁਣ ਤੁਸੀਂ ਇੱਥੇ ਦੇਖੋ ਦਿਸ ਇਜ਼ ਨਿਊਕਲੀਅਸ। ਸੋ ਨਿਊਕਲੀਅਸ ਦੀ ਬਾਹਰ ਵਾਲੇ ਜਿਹੜੇ ਇਲੈਕਟ੍ਰੋਨ one this and another one is this। ਨਿਊਕਲੀਅਸ ਦਾ ਬਾਹਰ ਵਾਲੇ ਇਲੈਕਟ੍ਰੋਨਸ ਨੂੰ ਇੰਨਾ ਟਾਈਟਲੀ ਪਕੜ ਲੈਣਾ ਕਿ ਉਹ ਬੌਂਡਿੰਗ 'ਚ ਭਾਗ ਹੀ ਨਹੀਂ ਲੈਂਦੇ। ਇਸ ਇਫੈਕਟ ਨੂੰ ਕਿਹਾ ਜਾਂਦਾ ਹੈ ਇਨਰਟ ਪੇਅਰ ਇਫੈਕਟ। ਇਹਦਾ ਕਾਰਨ ਕੀ ਹੁੰਦਾ ਹੈ ਬੇਟਾ? ਜਿਹੜੇ ਆ ਅੰਦਰ ਵਾਲੇ ਇਲੈਕਟ੍ਰੋਨਸ ਜਿਹੜੇ ਤੁਹਾਨੂੰ ਦਿਖ ਰਹੇ ਆ ਅੰਦਰ ਰਿਵੋਲਵ ਕਰ ਰਹੇ ਹੈ ਦੇ ਐਕਚੁਅਲੀ ਕਾਜ਼ ਪੂਅਰ ਸ਼ੀਲਡਿੰਗ ਇਫੈਕਟ। ਪੂਅਰ ਸ਼ੀਲਡਿੰਗ ਇਫੈਕਟ ਹੋਣ ਕਰਕੇ ਅੰਦਰ ਬੇਟਾ ਐਕਚੁਅਲੀ ਜਦੋਂ ਆਪਾਂ ਬਾਹਰ ਵਾਲੇ ਸ਼ੈਲ ਦੀ ਗੱਲ ਕਰਦੇ ਹਾਂ ਨਾ ਤਾਂ ਇੱਥੇ ਆਪਾਂ 6s
ਦੀ ਗੱਲ ਕਰ ਰਹੇ ਹਾਂ ਵੀ 6s ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੈ ਉਹ ਬੌਂਡਿੰਗ 'ਚ ਭਾਗ ਨਹੀਂ ਲੈਂਦੇ। ਕਿਉਂ? ਕਿਉਂਕਿ 6s ਤੋਂ ਆਪਾਂ ਦੇਖਦੇ ਹਾਂ 4f ਭਰ ਰਿਹਾ ਹੈ, 5d ਭਰ ਰਿਹਾ ਹੈ, ਤੇ ਸਾਨੂੰ ਪਤਾ ਹੈ ਵੀ 4f ਯਾਨੀ ਕਿ f ਔਰ d ਜਿਹੜੇ ਹੈ ਉਹ ਪੂਅਰ ਸ਼ੀਲਡਿੰਗ ਇਫੈਕਟ ਕਾਜ਼ ਕਰਦੇ ਹੈ, ਜਿਸ ਕਰਕੇ ਨਿਊਕਲੀਅਸ ਦਾ ਬਾਹਰ ਤੱਕ ਪ੍ਰਭਾਵ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਨਤੀਜੇ ਵਜੋਂ ਬਾਹਰ ਵਾਲੇ ਇਸ ਇਲੈਕਟ੍ਰੋਨ ਬੌਂਡਿੰਗ 'ਚ ਭਾਗ ਨਹੀਂ ਲੈਂਦੇ। ਇੱਕ ਵਾਰੀ ਇਹਨੂੰ ਫੇਰ ਸਮਝਦੇ ਹਾਂ ਆਪਾਂ। 13ਵੇਂ ਗਰੁੱਪ ਦੀ ਜਿਹੜੀ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ, ਉੱਥੇ ਤੁਸੀਂ ਦੇਖੋ ਕਿ ਬਾਹਰ ਵਾਲੇ ਸ਼ੈਲ 'ਚ s 'ਚ 2 ਤੇ p 'ਚ 1 ਹੈ। ਠੀਕ ਹੈ, ਸੋ ਜਿਹੜੇ ਆ ਬਾਹਰ ਵਾਲੇ ਸ਼ੈਲ ਦੇ s ਦੇ 2 ਇਲੈਕਟ੍ਰੋਨਸ ਹੈ ਨਾ, ਇਹ ਬੌਂਡਿੰਗ 'ਚ ਭਾਗ ਲੈਣ ਤੋਂ ਮਨਾ ਕਰਦੇ ਆ, ਉਹਨੂੰ ਅਸੀਂ ਕਹਿੰਦੇ ਆ ਇਨਰਟ ਪੇਅਰ ਇਫੈਕਟ। 13ਵੇਂ ਗਰੁੱਪ ਦੇ ਵਿੱਚ ਜਦੋਂ ਜਨਰਲ ਕਨਫੀਗਰੇਸ਼ਨ ਅਸੀਂ ਦੇਖਦੇ ਆ NS2NP1 ਹੈ, ਤਾਂ ਇਸ NS2NP1 ਸਿਚੁਏਸ਼ਨ ਦੇ ਅਕੋਰਡਿੰਗਲੀ ਲੋਐਸਟ ਆਕਸੀਡੇਸ਼ਨ ਸਟੇਟ, ਕਿਉਂਕਿ ਇੱਥੇ ਇੱਕ ਅਨਪੇਅਰਡ ਇਲੈਕਟ੍ਰੋਨ ਹੈ, ਸੋ ਇਟ ਵਿਲ ਬੀ +1। ਜੇ ਆ ਵਾਲਾ ਅਨਪੇਅਰਡ ਹੋ ਜਾਵੇ ਤਾਂ 3 ਟੋਟਲ ਅਨਪੇਅਰ ਹੋ ਜਾਣਗੇ, that will be highest oxidation state। 14ਵੇਂ ਗਰੁੱਪ ਦੇ ਵਿੱਚ ਦੇਖੋ NS2NP2, ਇੱਥੇ ਬੇਟਾ ਲੋਐਸਟ ਆਕਸੀਡੇਸ਼ਨ ਸਟੇਟ ਕਿੰਨੇ ਅਨਪੇਅਰਡ ਇਲੈਕਟ੍ਰੋਨ ਹੈ? 2 ਅਨਪੇਅਰਡ ਇਲੈਕਟ੍ਰੋਨ ਹੈ। ਸੋ ਐਜ਼ ਅ ਰਿਜ਼ਲਟ what we will see, ਲੋਐਸਟ ਆਕਸੀਡੇਸ਼ਨ ਸਟੇਟ 2 ਦੀ ਪੋਸੀਬਲ ਹੋਏਗੀ। ਤੇ ਜੇ ਆ ਵਾਲਾ ਇੱਕ ਇੱਥੇ ਤੇ ਇੱਕ ਇੱਥੇ, ਮਤਲਬ ਇਹ ਵਾਲਾ ਪੇਅਰ ਵੀ ਅਨਪੇਅਰ ਹੋ ਜਾਏ ਤਾਂ ਹਾਈਐਸਟ ਆਕਸੀਡੇਸ਼ਨ ਸਟੇਟ +4 ਬਣ ਜਾਏਗੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਚਾਹੇ ਗਰੁੱਪ 13 ਹੈ ਤੇ ਚਾਹੇ ਗਰੁੱਪ 14 ਹੈ, ਜੇ ਬਾਹਰ ਵਾਲੇ s ਇਲੈਕਟ੍ਰੋਨਸ ਪਾਰਟਿਸਿਪੇਟ ਕਰਦੇ ਆ ਬੌਂਡਿੰਗ ਦੇ ਤਾਂ ਆਕਸੀਡੇਸ਼ਨ ਸਟੇਟ +1 ਤੇ +3 ਹੋ ਸਕਦੀ ਹੈ। ਜੇ ਗਰੁੱਪ 14 ਹੈ ਤਾਂ ਬਾਹਰ ਵਾਲਿਆਂ ਦੇ ਪਾਰਟਿਸਿਪੇਟ ਕਰਨ ਦੇ ਨਾਲ +2 ਤੋਂ +4। ਚੇਂਜ ਕਿੰਨੇ ਯੂਨਿਟਸ ਦੀ ਆਈ? 2 ਯੂਨਿਟਸ ਦੀ ਚੇਂਜ ਆਈ। ਸੋ ਆਪਾਂ ਇਨਰਟ ਪੇਅਰ ਇਫੈਕਟ ਦੀ ਡੈਫੀਨੇਸ਼ਨ ਚ ਕਿਹਾ ਹੈ ਡਿਕਰੀਜ਼ ਇਨ ਆਕਸੀਡੇਸ਼ਨ ਨੰਬਰ ਬਾਏ 2 ਯੂਨਿਟਸ। ਕਿਉਂ? ਕਿਉਂਕਿ ਬਾਹਰ ਵਾਲੇ ਇਸ ਸਬ ਸ਼ੈਲ ਦੇ ਇਲੈਕਟ੍ਰੋਨ ਇਨਰਟ ਹੋ ਜਾਂਦੇ ਹੈ ਤੇ ਬੌਂਡਿੰਗ ਚ ਭਾਗ ਨਹੀਂ ਲੈਂਦੇ। ਕਿਉਂ? ਕਿਉਂਕਿ ਇਸ ਸਬ ਸ਼ੈਲ ਬਾਹਰ ਵਾਲਾ ਬਹੁਤ ਟਾਈਟਲੀ ਹੈਲਡ ਅਪ ਹੈ ਨਿਊਕਲੀਅਸ ਦੁਆਰਾ। ਔਰ ਕਾਰਨ ਕੀ ਹੈ ਇਹਦਾ ਟਾਈਟਲੀ ਹੈਲਡ ਅਪ ਹੋਣ ਦਾ? ਇੱਥੇ ਤੁਸੀਂ ਦੇਖੋ D, ਠੀਕ ਹੈ, ਐਂਡ ਦੈਨ 4f ਇਲੈਕਟ੍ਰੋਨਸ ਵੀ ਵਿੱਚ ਆ ਜਾਂਦੇ ਆ, ਔਰ ਉਹਨਾਂ ਦਾ ਪੂਅਰ ਸ਼ੀਲਡਿੰਗ ਇਫੈਕਟ ਜਿਹੜਾ ਹੈ ਇੱਕ ਮੇਨ ਰੀਜ਼ਨ ਬਣਦਾ ਹੈ ਕਿ ਇਨਰਟ ਪੇਅਰ ਇਫੈਕਟ ਹੁੰਦਾ ਹੈ। ਹੁਣ ਇਨਰਟ ਪੇਅਰ ਇਫੈਕਟ ਦੇ ਸਿੱਟੇ ਵਜੋਂ ਅਸੀਂ ਦੇਖਦੇ ਹਾਂ ਕਿ ਆਕਸੀਡੇਸ਼ਨ ਸਟੇਟ ਜਿਹੜੀ ਹੈ ਬਾਈ 2 ਯੂਨਿਟਸ ਡਿਕਰੀਜ਼ ਹੋ ਜਾਂਦੀ ਹੈ, +3 ਤੋਂ +1 ਫॉर ਗਰੁੱਪ 13 ਔਰ ਗਰੁੱਪ 14 ਵਾਸਤੇ +4 ਤੋਂ +2। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਡਾਊਨ ਦ ਗਰੁੱਪ ਲੋਅਰ ਆਕਸੀਡੇਸ਼ਨ ਸਟੇਟ ਬਿਕਮਸ ਮੋਰ ਸਟੇਬਲ। ਇਹਨੂੰ ਯਾਦ ਰੱਖੋ ਬੇਟਾ, ਇਨਰਟ ਪੇਅਰ ਇਫੈਕਟ ਦਾ ਕਨਕਲੂਜਨ ਕੀ ਨਿਕਲਿਆ? ਡਾਊਨ ਦ ਗਰੁੱਪ ਲੋਅਰ ਆਕਸੀਡੇਸ਼ਨ ਸਟੇਟ ਬਿਕਮਸ ਮੋਰ ਸਟੇਬਲ। ਇਹਦਾ ਮਤਲਬ ਇਹ ਹੋਇਆ ਕਿ ਜੇ ਆਪਾਂ ਹੁਣ ਲੈਡ ਦੀ ਗੱਲ ਕਰਦੇ ਹਾਂ ਤਾਂ ਲੈਡ ਦੀ ਜਿਹੜੀਆਂ 2 ਆਕਸੀਡੇਸ਼ਨ ਸਟੇਟਸ ਪੋਸੀਬਲ ਹੈ, Pb2 ਪੋਜ਼ਿਟਿਵ ਔਰ Pb4 ਪੋਜ਼ਿਟਿਵ। ਲੈਡ ਡਾਊਨ ਦਾ ਗਰੁੱਪ ਹੈ, ਗਰੁੱਪ ਚ ਸਭ ਤੋਂ ਥੱਲੇ ਹੈ। ਸੋ in the lower oxidation state becomes more stable or higher oxidation state PbCl4 ਦੇ ਵਿੱਚ +4 ਹੁੰਦੀ ਹੈ, that becomes unstable। ਜੇ ਆਪਾਂ PbCl4 ਨੂੰ ਰੱਖਾਂਗੇ ਨਾ ਤਾਂ ਪਿਆ ਉਹਨੇ ਆਪਣੇ ਆਪ ਹੀ PbCl2 ਚ ਕਨਵਰਟ ਹੋ ਜਾਣਾ ਹੈ ਇਨਰਟ ਪੇਅਰ ਇਫੈਕਟ ਕਰਕੇ। ਸੋ ਇਨਰਟ ਪੇਅਰ ਇਫੈਕਟ 13ਵੇਂ ਗਰੁੱਪ ਦੇ ਵਿੱਚ ਗੈਲੀਅਮ, ਇੰਡੀਅਮ, ਥੈਲੀਅਮ ਸ਼ੋ ਕਰਦੇ ਹੈ ਔਰ 14ਵੇਂ ਗਰੁੱਪ ਚ ਟਿਨ ਤੇ ਲੈਡ ਸ਼ੋ ਕਰਦੇ ਹੈ। ਕਿਉਂਕਿ ਜਿਹੜੀ ਆਪਣੀ P ਬਲੌਕ ਦੇ ਵਿੱਚ ਆਪਾਂ ਜਨਰਲ ਕਨਫੀਗਰੇਸ਼ਨ ਲਿਖਦੇ ਹਾਂ ਨਾ ਪੂਰੇ P ਬਲੌਕ ਦੀ, ਸੋ NS2 ਜਦੋਂ ਇਹ ਇਨਰਟ ਹੋ ਗਿਆ ਤਾਂ ਲੋਅਰ ਆਕਸੀਡੇਸ਼ਨ ਸਟੇਟ ਵਿਚ ਇਜ਼ ਡਿਊ ਟੂ NP ਇਲੈਕਟ੍ਰੋਨਸ that becomes stable। ਬੌਂਡਿੰਗ ਦੇ ਵਿੱਚ NP ਇਲੈਕਟ੍ਰੋਨ ਜਿਹੜੇ ਹੈ ਉਹ ਭਾਗ ਲੈਂਦੇ ਹੈ, NS2 ਇਲੈਕਟ੍ਰੋਨ ਬੌਂਡਿੰਗ ਚ ਭਾਗ ਨਹੀਂ ਲੈਂਦੇ। Now we will be studying group 13 elements। So group 13 elements ਦੀਆਂ physical properties ਦੀ ਗੱਲ ਕਰਦੇ ਹਾਂ ਤਾਂ ਪਹਿਲੀ physical property ਹੈ atomic size।
ਐਟੋਮਿਕ ਸਾਈਜ਼ ਜਿਹੜਾ 13ਵੇਂ ਗਰੁੱਪ ਐਲੀਮੈਂਟਸ ਦਾ ਹੈ ਉਹ ਸੈਕਿੰਡ ਗਰੁੱਪ ਦੇ ਨਾਲੋਂ ਛੋਟਾ ਹੋਏਗਾ। ਬੇਟਾ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਇੱਕ ਪੀਰੀਅਡ 'ਚ ਮੂਵ ਕਰਦੇ ਹਾਂ ਸੋ ਐਟੋਮਿਕ ਸਾਈਜ਼ ਗੋਜ਼ ਔਨ ਡਿਕਰੀਜ਼ਿੰਗ। ਸੋ ਗਰੁੱਪ ਦੇ ਐਲੀਮੈਂਟਸ ਨਾਲੋਂ ਇਟ ਵਿਲ ਬੀ ਸਮਾਲਰ। ਇਹਦਾ ਕਾਰਨ ਕੀ ਹੁੰਦਾ ਹੈ? ਇਹਦਾ ਕਾਰਨ ਹੈ ਕਿ ਜਦੋਂ ਅਸੀਂ ਪੀਰੀਅਡ 'ਚ ਮੂਵ ਕਰਦੇ ਹਾਂ ਨਾ ਬੇਟਾ, ਇੱਕੋ ਹੀ ਸ਼ੈੱਲ ਦੇ ਵਿੱਚ ਇਲੈਕਟ੍ਰੋਨ ਭਰੇ ਜਾ ਰਹੇ ਹਨ ਲਗਾਤਾਰ। ਸੋ ਨਿਊਕਲੀਅਸ ਦਾ ਬਾਹਰ ਤੱਕ ਪ੍ਰਭਾਵ ਵਧੀ ਜਾਂਦਾ ਹੈ। ਠੀਕ ਹੈ, ਸੋ ਜਿੱਦਾਂ ਜਿੱਦਾਂ ਆਪਾਂ ਇੱਕ ਪੀਰੀਅਡ 'ਚ ਮੂਵ ਕਰਾਂਗੇ ਨਿਊਕਲੀਅਰ ਚਾਰਜ, ਇਫੈਕਟਿਵ ਨਿਊਕਲੀਅਰ ਚਾਰਜ ਵਧੇਗਾ, ਜਿਸ ਕਰਕੇ ਸਾਈਜ਼ ਘਟੇਗਾ। ਪਰ ਡਾਊਨ ਦਾ ਗਰੁੱਪ ਕੀ ਚੀਜ਼ ਹੋਏਗੀ? ਨਵਾਂ ਸ਼ੈਲ ਐਡ ਹੋ ਜਾਂਦਾ ਹੈ। ਸੋ ਜਦੋਂ ਨਵਾਂ ਸ਼ੈਲ ਐਡ ਹੁੰਦਾ ਹੈ ਤਾਂ ਸਾਈਜ਼ ਗੋਜ਼ ਔਨ ਇਨਕਰੀਜ਼ਿੰਗ। ਸੋ ਡਾਊਨ ਦਾ ਗਰੁੱਪ ਸਾਈਜ਼ ਇਨਕਰੀਜ਼ ਕਰਦਾ ਹੈ। ਇੱਥੇ ਇੱਕ ਐਕਸੈਪਸ਼ਨ ਹੈ ਜੋ ਅਸੀਂ ਯਾਦ ਰੱਖਣੀ ਹੈ। ਐਕਸੈਪਸ਼ਨ ਕੀ ਹੈ? ਦੇਖੋ ਅਸੀਂ ਯਾਦ ਕੀਤਾ ਸੀ ਬੈਂਗਨ, ਆਲੂ, ਗਾਜਰ, ਇਨ, ਥੈਲਾ। ਸੋ ਮੈਂ ਤੁਹਾਨੂੰ ਕਿਹਾ ਸੀ ਕਿ ਡਾਊਨ ਦਾ ਗਰੁੱਪ ਸਾਈਜ਼ ਵੱਡਾ ਹੋਏਗਾ। ਸੋ ਗੈਲੀਅਮ ਦਾ ਸਾਈਜ਼ ਬੜਾ ਹੋਣਾ ਚਾਹੀਦਾ ਹੈ, ਬਟ ਦਿਸ ਇਜ਼ ਐਕਸੈਪਸ਼ਨ। ਗੈਲੀਅਮ ਦਾ ਸਾਈਜ਼ ਐਲੂਮੀਨੀਅਮ ਨਾਲੋਂ ਛੋਟਾ ਹੁੰਦਾ ਹੈ। ਇਹਨੂੰ ਯਾਦ ਰੱਖਣਾ ਬੇਟਾ। ਦੈਨ ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਦੂਜੀ ਫਿਜ਼ੀਕਲ ਪ੍ਰੋਪਰਟੀ ਹੈ ਆਇਨਾਈਜੇਸ਼ਨ ਐਂਥੈਲਪੀ। ਆਇਨਾਈਜੇਸ਼ਨ ਐਂਥੈਲਪੀ ਕੀ ਹੁੰਦੀ ਹੈ ਕਿ ਬਾਹਰ ਵਾਲੇ ਸ਼ੈਲ ਦੇ ਵਿੱਚੋਂ ਦੀ ਅਸੀਂ ਲੂਜ਼ਲੀ ਬਾਉਂਡ ਇਲੈਕਟ੍ਰੋਨ ਨੂੰ ਬਾਹਰ ਕੱਢਣ ਲਈ ਜਿੰਨੀ એનર્ਜੀ ਦਿੰਦੇ ਆ ਉਹਨੂੰ ਕਹਿੰਦੇ ਆ ਆਇਨਾਈਜੇਸ਼ਨ ਐਂਥੈਲਪੀ। ਗਰੁੱਪ 13 ਦੇ ਐਲੀਮੈਂਟਸ ਦੀ ਜਿਹੜੀ ਪਹਿਲੀ ਆਇਨਾਈਜੇਸ਼ਨ ਐਂਥੈਲਪੀ ਹੈ ਉਹ ਗਰੁੱਪ 2 ਦੇ ਐਲੀਮੈਂਟਸ ਦੇ ਨਾਲੋਂ ਘੱਟ ਹੁੰਦੀ ਹੈ। ਗਰੁੱਪ 2 ਦੀ ਕਨਫਿਗਰੇਸ਼ਨ NS2 ਔਰ ਗਰੁੱਪ 13 ਦੀ ਕਨਫਿਗਰੇਸ਼ਨ NS2 NP1। ਸੋ ਇੱਥੇ ਜਿਹੜਾ ਇਲੈਕਟ੍ਰੋਨ ਬਾਹਰ ਕੱਢਣਾ ਮੁਸ਼ਕਿਲ ਹੈ, ਪਰ ਇਹਦੇ ਚੋਂ ਇਲੈਕਟ੍ਰੋਨ ਬਾਹਰ ਕੱਢਣਾ ਆਸਾਨ ਹੈ। ਸੋ ਜਿਹੜੀ IE1 ਹੈ ਫॉर ਗਰੁੱਪ 13 that is less, ਤੇ ਗਰੁੱਪ 2 ਦੇ IE ਜਿਹੜੀ ਹੈ ਨਾ ਉਹ ਜ਼ਿਆਦਾ ਹੋਏਗੀ। ਠੀਕ ਹੈ, ਸੋ ਡਾਊਨ ਦਾ ਗਰੁੱਪ ਜੇ ਅਸੀਂ ਦੇਖੀਏ ਤਾਂ ਐਲੂਮੀਨੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਜਿਹੜੀ ਹੈ ਡਾਊਨ ਦਾ ਗਰੁੱਪ ਅਪ ਟੂ ਐਲੂਮੀਨੀਅਮ ਆਇਨਾਈਜੇਸ਼ਨ ਐਂਥੈਲਪੀ ਪਹਿਲਾਂ ਘਟਦੀ ਹੈ, ਫਿਰ ਆਇਨਾਈਜੇਸ਼ਨ ਐਂਥੈਲਪੀ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ। ਆਇਨਾਈਜੇਸ਼ਨ ਐਂਥੈਲਪੀ ਦਾ ਕੀ ਰੀਜ਼ਨ ਹੈ ਕਿ ਇਨਕਰੀਜ਼ ਹੋ ਰਹੀ ਹੈ? ਬੇਟੇ ਜਿੱਦਾਂ ਜਿੱਦਾਂ ਸਾਈਜ਼ ਡਾਊਨ ਦਾ ਗਰੁੱਪ ਵੱਧਦਾ ਹੈ ਤਾਂ ਆਇਨਾਈਜੇਸ਼ਨ ਐਂਥੈਲਪੀ ਸ਼ੁੱਡ ਡਿਕਰੀਜ਼, ਹੈ ਨਾ। ਡਾਊਨ ਦਾ ਗਰੁੱਪ ਅਪ ਟੂ ਐਲੂਮੀਨੀਅਮ ਆਇਨਾਈਜੇਸ਼ਨ ਐਂਥੈਲਪੀ ਡਿਕਰੀਜ਼ ਹੁੰਦੀ ਹੈ। ਡਾਊਨ ਦਾ ਗਰੁੱਪ ਇੱਥੇ ਤੱਕ ਬੋਰੋਨ ਦੇ ਬਾਅਦ ਐਲੂਮੀਨੀਅਮ ਦੀ ਘੱਟ ਹੋਏਗੀ, ਬਟ ਉਸਦੇ ਬਾਅਦ ਆਇਨਾਈਜੇਸ਼ਨ ਐਂਥੈਲਪੀ ਇੱਥੇ ਵੱਧ ਰਹੀ ਹੈ, ਹਾਲਾਂਕਿ ਘਟਣੀ ਚਾਹੀਦੀ ਸੀ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਬੇਟਾ ਫਿਰ ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਹੈ ਕਿ ਜਦੋਂ ਨਿਊਕਲੀਅਸ ਦਾ ਬਾਹਰ ਵਾਲੇ ਇਲੈਕਟ੍ਰੋਨਸ ਤੱਕ ਜਿਹੜਾ ਪ੍ਰਭਾਵ ਵੱਧ ਜਾਏਗਾ। ਕਿਉਂ ਵੱਧ ਜਾਏਗਾ? ਕਿਉਂਕਿ ਅੰਦਰ 4f5d ਇਲੈਕਟ੍ਰੋਨਸ ਹੋਣਗੇ ਜਿਨ੍ਹਾਂ ਦੀ ਪੂਅਰ ਸ਼ੀਲਡਿੰਗ ਇਫੈਕਟ ਹੋਏਗੀ। ਇਸ ਕਰਕੇ ਆਇਨਾਈਜੇਸ਼ਨ ਐਂਥੈਲਪੀ ਦੇ ਵਿੱਚ ਅਸੀਂ ਵੈਲਿਊਜ਼ ਵਧੀਆਂ ਹੋਈਆਂ ਨੋਟ ਕਰਦੇ ਹਾਂ। ਜਿਹੜੀ ਨੈਕਸਟ ਫਿਜ਼ੀਕਲ ਪ੍ਰੋਪਰਟੀ ਹੈ ਗਰੁੱਪ 13 ਦੀ that is ਇਲੈਕਟ੍ਰੋਨੈਗੇਟਿਵਿਟੀ। ਔਰ ਇਲੈਕਟ੍ਰੋਨੈਗੇਟਿਵਿਟੀ ਜਿਹੜੀ ਹੈ ਬੇਟਾ ਉਹ ਹੁੰਦੀ ਹੈ ਟੈਂਡੈਂਸੀ ਟੂ ਅਟਰੈਕਟ ਦ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਮੋਰ ਟੁਵਰਡਸ ਇਟਸੈਲਫ। ਸ਼ੇਅਰ ਕੀਤੇ ਹੋਏ ਪੇਅਰ ਨੂੰ ਆਪਣੇ ਵੱਲ ਖਿੱਚ ਕੇ ਰੱਖਣਾ। 13ਵੇਂ ਗਰੁੱਪ ਦੇ ਐਲੀਮੈਂਟਸ ਦੀ ਇਲੈਕਟ੍ਰੋਨੈਗੇਟਿਵਿਟੀ ਦੂਜੇ ਗਰੁੱਪ ਦੇ ਐਲੀਮੈਂਟਸ ਨਾਲੋਂ ਜ਼ਿਆਦਾ ਹੁੰਦੀ ਹੈ, ਹਾਈ ਹੁੰਦੀ ਹੈ, ਕਾਰਨ ਉਹਨਾਂ ਦਾ ਸਮਾਲ ਸਾਈਜ਼। ਔਰ ਡਾਊਨ ਦਾ ਗਰੁੱਪ ਜੇ ਅਸੀਂ ਦੇਖੀਏ ਤਾਂ ਇਲੈਕਟ੍ਰੋਨੈਗੇਟਿਵਿਟੀ ਪਹਿਲਾਂ ਘਟਦੀ ਹੈ ਬੋਰੋਨ ਤੋਂ ਐਲੂਮੀਨੀਅਮ ਤੱਕ, ਫਿਰ ਇਹ ਵੱਧਦੀ ਹੈ। ਇਹਦਾ ਵੀ ਕਾਰਨ ਜਿਸ ਤਰ੍ਹਾਂ ਆਪਾਂ ਆਇਨਾਈਜੇਸ਼ਨ ਐਂਥੈਲਪੀ 'ਚ ਕੀਤਾ ਸੀ ਬਿਲਕੁਲ ਉਸੇ ਤਰੀਕੇ ਨਾਲ ਹੀ ਹੈ। नेक्स्ट करेक्टर इज इलेक्ट्रोपॉजिटिव करेक्टर या मैटेलिक करेक्टर। सो मैटेलिक करेक्टर का मतलब की हुंदा है कि इलैक्ट्रॉन्स नू लूजली बाउंड करना, बाहर वाले इलैक्ट्रॉन्स जिहड़े लूजली बाउंड होंदे हैं उहदे विच। सो इन्हां दियां आयनाइजेशन एंथैल्पीज हाई होण करके ना इन्हां दा मैटेलिक करेक्टर घट हुंदा है, इलैक्ट्रोपॉजिटिव करेक्टर घट हुंदा है दैन ग्रुप 2। बेटे ग्रुप 2 दे विच आपां पढ़दे हैं मैग्नीशियम कैल्शियम एलीमेंट्स नू, ठीक है। वो ईजीली अपने 2 इलैक्ट्रॉन लूज करके 2 पॉजिटिव डाई पॉजिटिव आयन बना देंगे। कैल्शियम तो कैल्शियम 2 पॉजिटिव बन जाएगा ईजीली। पर जे आप सोचिए कि बोरोन अपने इलैक्ट्रॉन्स लूज कर देगा तो ये इन्ना सौखा संभव नहीं होता, ठीक है।
सो इस करके ਅਸੀਂ ਕਵਾਂਗੇ ਕਿ ਇਹਨਾਂ ਦਾ ਮੈਟੈਲਿਕ ਕਰੈਕਟਰ ਜਿਹੜਾ ਹੈ that is less. So group 13 elements are less metallic than group 2 elements. So perfectly ਜੇ ਅਸੀਂ ਦੇਖੀਏ ਨਾ ਤਾਂ ਅਸੀਂ ਇੱਥੇ ਨੋਟ ਕਰਦੇ ਹਾਂ ਇੱਕ ਚੀਜ਼ ਕਿ ਬੋਰੋਨ ਜਿਹੜਾ ਹੈ ਉਹ ਨॉन ਮੈਟਲ ਹੈ, जबकि बाकी एलिमेंट्स जेडे हैं वो टिपिकल मेटल्स हैं. सो नेक्स्ट इज ऑक्सीडेशन स्टेट. सो ग्रुप 13 एलिमेंट्स की जी कॉन्फिगरेशन है दैट इज NS2 NP1. सो 3 इलेक्ट्रॉन्स लूज कर सकते हैं तो मोस्ट कॉमनली वो +3 ऑक्सीडेशन स्टेट शो करते हैं, बट डाउन द ग्रुप +1 ऑक्सीडेशन स्टेट जी है वो ज़्यादा स्टेबल हो जाती है दैन +3. क्यों? क्योंकि इनर्ट पेयर इफेक्ट उत्थे रोल प्ले करता है. सो इनर्ट पेयर इफेक्ट की जी डेफिनेशन मैं तुहानू पहला ही दसी है. रिलक्टेंस ऑफ s इलेक्ट्रॉन पेयर टू पार्टिसिपेट इन बॉन्डिंग इज कॉल्ड इनर्ट पेयर इफेक्ट. याद रखना है बोरोन नॉन मेटल है, हार्ड है ते ब्लैक कलर का सॉलिड हुंदा है और इनका स्ट्रॉन्ग क्रिस्टलाइन लैटिस होने करके इनका मेल्टिंग पॉइंट बहुत हाई होता है, जबकि बाकी एलिमेंट्स सॉफ्ट हैं उन्हों का मेल्टिंग पॉइंट लो है और उन्हों की इलेक्ट्रिकल कंडक्टिविटी हाई होती है. तो नेक्स्ट है ग्रुप 13 दियां कैमिकल प्रॉपर्टीज. सो ग्रुप 13 दी कैमिकल प्रॉपर्टीज दे विच सब तो पहला जिहड़ी प्रॉपर्टी आपां स्टडी करनी है दैट इज ऑक्सीडेशन स्टेट एंड रिएक्टिविटी. सो ऑक्सीडेशन स्टेट एंड रिएक्टिविटी दे विच बेटे आपां जिवें शुरुआत दे विच इनर्ट पेयर इफेक्ट की गल कीती सी. सो आपां ये कहा सी कि बोरोन दा स्मॉल साइज होने करके इनदी आयनाइजेशन एंथैल्पी बहुत ज़्यादा हाई होती है. सो बोरोन दे 3 पॉजिटिव आयन्स बनने संभव नहीं होते, पर एल्यूमीनियम जिहड़ा है वो 3 पॉजिटिव आयन्स बना सकता है और इनर्ट पेयर इफेक्ट करके +3 ऑक्सीडेशन स्टेट की स्टेबिलिटी डाउन द ग्रुप डिक्रीज होती है क्योंकि इनर्ट पेयर इफेक्ट रोल प्ले करता है. सो +1 ऑक्सीडेशन स्टेट की स्टेबिलिटी ग्रुप च हेठा वाल जाते वधदी है. रीजन फिर वही इनर्ट पेयर इफेक्ट रहेगा. सो नेक्स्ट जो आपां ग्रुप 13 एलिमेंट्स दी कैमिकल प्रॉपर्टीज च देखते हैं वो ये है कि जिहड़े ग्रुप 13 एलिमेंट्स अपनी ट्राइवेलेंट स्टेट दे विच यानी +3 स्टेट दे विच कंपाउंड बनाते हैं ना, वो लुइस एसिड की तरह बिहेव करते हैं. उन्हां कोले इलैक्ट्रॉन्स घट होंदे हैं, दे आर इलैक्ट्रॉन डेफिशिएंट मॉलिक्यूल्स. उन्हां कोले 6 इलैक्ट्रॉन होंदे हैं जिवें BCl3 BF3 AlCl3. सो जे आपां इन्हां नूं ड्रॉ करके देखिए जिवें बोरोन कोले बाहर वाले शैल दे विच 3 इलैक्ट्रॉन है. सो फ्लोरीन कोले आपां नूं पता है कि बाहर वाले शैल च 7 है. सो बोरोन ने एक फ्लोरीन दे नाल, दूसरी फ्लोरीन दे नाल और तीसरी फ्लोरीन दे नाल लाइक दिस 6 एक तरह बोरोन कोले टोटल इलैक्ट्रॉन्स हो गए. ठीक है. सो 6 इलैक्ट्रॉन्स करके ये ओवरऑल इलैक्ट्रॉन डेफिशिएंट की तरह बिहेव करता है. सो जिहड़ियां चीज़ां इलैक्ट्रॉन डेफिशिएंट होंदियां दे एक्ट एज लुइस एसिड्स. सो क्योंकि ये लुइस एसिड है इस करके ये जदों किसी बेस यानी अमोनीया हो गया इनदे नाल रिएक्ट करूगा तो इत्थे एसिड बेस कंपलैक्स बनूगा जिंदे विच कोआर्डीनेट बॉन्ड होएगा. ठीक है. क्योंकि बोरोन दे कोले इत्थे एक खाली वेकेंट ऑर्बिटल हुंदा है जिंदे विच अमोनीया अपने इलैक्ट्रॉन पेयर नूं डोनेट कर सकता है. सो AlCl3 वो स्टेबिलिटी किवें अचीव करदा है? वो बेटा डाइमर बना लैंदा है. डाइमर मतलब आह AlCl3 दा एक मॉलिक्यूल है ते आ AlCl3 दा एक मॉलिक्यूल है. ये दोनों मॉलिक्यूल जुड़ के एज वन मॉलिक्यूल उन्होंने असीं कह दिंदे हैं डाइमर. सो प्रॉपर्टीज दे विच नैक्सट है रिएक्टिविटी टूवर्ड्स वाटर. सो पानी दे नाल प्योर बोरोन रिएक्ट नहीं करता, पर एल्यूमीनियम वो वाटर दे नाल रिएक्ट करके एल्यूमीनियम हाइड्रोक्साइड बनाता है. ये भी हालांकि इन्नी ईजीली नहीं बनाता. गैलियम ते इंडियम दे आर अटैक्ड नाइदर बाय कोल्ड वाटर नॉर बाय हॉट वाटर जब तक कि ऑक्सीजन कोल प्रेजेंट ना हो. थैलियम जिहड़ा है लिटिल मोर रिएक्टिव हुंदा है दैन गैलियम.
इस करके थैलियम दी सरफेस ते ऑक्साइड बन जाता है। एसिड एंड बेस दे नाल ग्रुप 13 एलीमेंट किवें रिएक्ट करदे हैं? बोरोन तां एसिड दे नाल भी नहीं रिएक्ट करता ते बेस दे नाल भी नहीं रिएक्ट करता। एल्यूमीनियम एसिड दे नाल भी रिएक्ट कर जाता है एज वेल एज बेस दे नाल भी कर जाता है, क्योंकि एल्यूमीनियम दी नेचर एम्फोटेरिक होंदी है। सो एल्यूमीनियम HCl दे नाल रिएक्ट करके एल्यूमीनियम आयन, क्लोराइड आयन ते हाइड्रोजन गैस रिलीज करता है। और जदों एल्यूमीनियम बेस दे नाल NaOH दे नाल रिएक्ट करता है एक्वस सोल्यूशन दे विच, ਤਾਂ ਇੱਥੇ ਕੰਪਲੈਕਸ ਬਣਦਾ ਹੈ ਤੇ ਨਾਲ ਹਾਈਡਰੋਜਨ ਗੈਸ ਰਿਮੂਵ ਹੁੰਦੀ ਹੈ। ਹੈਲੋਜਨਸ ਦੇ ਨਾਲ ਗਰੁੱਪ 13 ਐਲੀਮੈਂਟ, ਇੱਥੇ ਐਲੀਮੈਂਟ E ਦੇ ਨਾਲ ਜਿਹੜਾ ਗਰੁੱਪ 13 ਐਲੀਮੈਂਟਸ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੈ, ਉਹ ਹੈਲੋਜਨਸ ਦੇ ਨਾਲ X2 ਦੇ ਨਾਲ EX3 ਯਾਨੀ ਟ੍ਰਾਈਹੈਲਾਈਡ ਬਣਾਉਂਦੇ ਹੈ। ਜਿਵੇਂ ਇੱਥੇ ਬੋਰੋਨ 3X2 ਦੇ ਨਾਲ ਰਿਐਕਟ ਕਰਕੇ ਬੋਰੋਨ ਟ੍ਰਾਈਹੈਲਾਈਡ ਬਣਾ ਰਿਹਾ ਹੈ। तो नैक्सट जो काफ़ी इंपॉर्टेंट क्वेश्चन है जोड़ा एग्जाम दे विच वन ऑफ दी यू कैन से कि मस्ट क्वेश्चन है, वो है एनॉमलस प्रॉपर्टीज ऑफ बोरोन। सो एनॉमलस प्रॉपर्टीज का मतलब की होंदा है कि बोरोन अपने ग्रुप के सारे मैंबर्स नालों एनॉमलस यानी डिफरेंट बिहेव करता है। क्यों बिहेव करता है? वट आर द रीजन्स? पहला है स्मॉल एटॉमिक साइज, पहला रीजन। दूसरा है हाई न्यूक्लियर चार्ज, तीसरा हाई आयनाइजेशन एंथैल्पी और चौथा एब्सेंस ऑफ वेकेंट d ऑर्बिटल्स। बोरोन दा साइज बेटे अपने ग्रुप दे विच सब तो छोटा हुंदा है, जिस करके छोटा साइज होने करके इनदी आयनाइजेशन एंथैल्पी वध होएगी क्योंकि इनदे च न्यूक्लियर चार्ज ज़्यादा है। सो मोर ओवर बोरोन दे विच असीं देखते हैं 2s2 2p1, सो 2d तो कुछ हुंदा ही नहीं ना। सो इट कैन नॉट एक्सटेंड, इनके कोले खाली ऑर्बिटल भी नहीं होंगे जिथे अपने इलैक्ट्रॉन पेयर्स एक्सटेंड कर सके। सो इन्ना सारे कारणा करके बोरोन दियां जिहड़ियां प्रॉपर्टीज है वो डिफरेंट होंदियां, एनॉमलस होंदियां। और एग्जामिनेशन दे विच बेटे ये क्वेश्चन वेरी वेरी इंपॉर्टेंट है। सो बोरोन दे तुसी इस एटॉमिक स्ट्रक्चर नू यानी इस इलैक्ट्रॉनिक कॉन्फिगरेशन नू ध्यान च रखना है ਜਦੋਂ ਵੀ बोरोन ਦੇ ਕੰਪਾਊਂਡਸ ਕਰਨੇ ਆ। ਸੋ बोरोन ਦੀਆਂ ਜਿਹੜੀਆਂ ਇੰਪੋਰਟੈਂਟ ਪ੍ਰੋਪਰਟੀਜ਼ ਜਿਨ੍ਹਾਂ ਦੇ ਵਿੱਚ बोरोन ਬਾਕੀ ਮੈਂਬਰਸ ਨਾਲੋਂ ਡਿਫਰ ਕਰਦਾ ਹੈ, ਉਹਨਾਂ ਨੂੰ ਵੀ ਯਾਦ ਕਰ ਲਓ, ਇਹ ਵੀ ਇੰਪੋਰਟੈਂਟ ਮੰਨੀਆਂ ਜਾਂਦੀਆਂ। ਜਿਵੇਂ ਪਹਿਲੀ ਪ੍ਰੋਪਰਟੀ ਹੈ ਕਿ बोरोन ਛੋਟਾ ਹੋਣ ਕਰਕੇ ਹਾਰਡ ਹੁੰਦਾ ਹੈ, ਜਦਕਿ ਇਹਦੇ ਬਾਕੀ ਐਲੀਮੈਂਟਸ ਗਰੁੱਪ ਦੇ ਉਹ ਸੌਫਟ ਹੁੰਦੇ ਆ। ਠੀਕ ਹੈ। ਦੈਨ ਸੈਕਿੰਡ ਇਜ਼ ਕਿ ਇਹਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਹਾਇਰ ਹੁੰਦੇ ਆ। then third is बोरोन कल्ला कोवलेंट कंपाउंड बनाता है, जबकि बाकी सारे मेंबर आयनिक ते कोवलेंट दोनों तरह के कंपाउंड बना सकते हैं। सो एक क्वेश्चन भी पूछा जाता है कि BF3 कल्ला कोवलेंट है जबकि AlF3 आयनिक है। देन फोर्थ प्रॉपर्टी है कि बोरोन दे जेडे ट्राईहेलाइड्स हैं दे आर मोनोमेरिक, मतलब BF3 जेड़ा इंडिपेंडेंटली एग्जिस्ट करेगा, BCl3 इंडिपेंडेंटली एग्जिस्ट करेगा, पर बाकियां दे विच डाईमेरिक ब्रिज्ड हैलाइड्स बनते हैं, ट्राईहेलाइड डाइमर बनाते हैं। नेक्स्ट आ जाता बेटा इंपॉर्टेंट कंपाउंड्स ऑफ बोरोन। सो पहला इंपॉर्टेंट कंपाउंड है बोरेक्स। बोरेक्स का फॉर्मूला Na2B4O7 10 वाटर। सो बोरेक्स नू सोडियम टेट्राबोरेट भी कहा जाता है एंड इट इज़ वेरी इंपॉर्टेंट कंपाउंड ऑफ बोरोन। ਹੁਣ ਜਦੋਂ ਆਪਾਂ बोरेक्स की गल कर रहे हैं तो बोरेक्स की प्रैपरेशन किवें हुंदी है? फर्स्ट इज फ्रॉम टिंकल। सो टिंकल तो बोरेक्स जिहड़ा है वो बाय बॉइलिंग इट विद वाटर obtain किया जाता है। सोल्यूशन नू फिल्टर कर लैंदे ताकि इनसॉल्यूबल इंप्योरिटीज़ रिमूव हो जान ते उन्होंने आपां गर्म करी जावांगे, कॉन्सनट्रेट करी जावांगे जब तक कि बोरेक्स सैपरेट आउट नहीं हो जाता। दूसरा तरीका है बोरेक्स बनाने का कॉलेमेनाइट तो। कॉलेमेनाइट नू जदों सोडियम कार्बोनेट दे नाल हीट अप करते हैं तो कैल्शियम कार्बोनेट दे नाल बोरेक्स प्रेसिपिटेट हुंदा है तो सोडियम मेटाबोरेट नाल निकलदा है। सोडियम मेटाबोरेट नू भी बोरेक्स च आपां कन्वर्ट कर सकते हैं जे आपां इहदे च कार्बन डाइऑक्साइड पास कर दिंदे हैं। थर्ड इज कि बोरिक एसिड यानी H3BO3 दे विच जदों सोडियम कार्बोनेट पाने हैं तां भी बोरेक्स दे क्रिस्टल सैपरेट आउट हो जाते। नेक्स्ट इज
ਪ੍ਰੋਪਰਟੀਜ਼ ਆਫ ਬੋਰੈਕਸ। ਬੋਰੈਕਸ ਦੀਆਂ ਪ੍ਰੋਪਰਟੀਜ਼ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਕਿ ਇਹ ਵਾਈਟ ਕ੍ਰਿਸਟਲਾਈਨ ਸੋਲਿਡ ਹੁੰਦਾ ਹੈ, ਪਾਣੀ ਦੇ ਨਾਲ ਇਹ ਰਿਐਕਟ ਕਰਕੇ ਆਰਥੋਬੋਰਿਕ ਐਸਿਡ H3BO3 ਬਣਾਉਂਦਾ ਹੈ। ਦੈਨ ਤੀਸਰਾ ਜਿਹੜਾ ਵੈਰੀ ਇੰਪੋਰਟੈਂਟ ਪ੍ਰੋਪਰਟੀ ਹੈ ਦੈਟ ਇਜ਼ ਬੋਰੈਕਸ ਬੀਡ ਟੈਸਟ। ਬੇਟੇ ਇਹਦੇ 'ਚ ਕੀ ਹੁੰਦਾ ਹੈ ਕਿ ਪਹਿਲਾਂ ਨਾ ਬੋਰੈਕਸ ਨੂੰ ਆਪਾਂ ਹੀਟ ਕਰਦੇ ਹਾਂ ਤਾਂ ਇਹਦੇ 'ਚੋਂ ਵਾਟਰ ਮੋਲੀਕਿਊਲਸ ਲੂਜ਼ ਅਪ ਹੋ ਜਾਂਦੇ ਆ ਤੇ ਫੁੱਲ ਜਾਂਦਾ, ਤੇ ਫਰਦਰ ਇਹਨੂੰ ਹੋਰ ਹੀਟ ਕਰਾਂਗੇ ਤਾਂ ਲਿਕੁਇਫਾਈ ਹੋ ਜਾਂਦਾ ਹੈ, ਤੇ ਲਿਕੁਇਡ ਬਣਨ ਦੇ ਬਾਅਦ ਉਹ ਸੋਲਿਡ ਵੀ ਬਣ ਜਾਂਦਾ ਹੈ। ਔਰ ਸੋਲਿਡ ਕਿਦਾਂ ਦਾ ਬਣਦਾ, ਜਿਵੇਂ ਕੱਚ ਦੀ ਇੱਕ ਛੋਟੀ ਜੀ ਬੀਡ ਹੋਵੇ ਉਦਾਂ ਦਾ, ਠੀਕ ਹੈ। ਉਹ ਬਣਿਆ ਕਾਹਦਾ ਹੁੰਦਾ, NaBO2 ਐਂਡ B2O3, ਜਿਹੜੀ ਉਹ ਗਲਾਸੀ ਬੀਡ ਹੈ ਉਹ ਇੰਦੀ ਬਣੀ ਹੁੰਦੀ ਹੈ। ਸੋ ਇੱਥੇ ਆਪਾਂ ਰਿਐਕਸ਼ਨ ਦੇਖਦੇ ਹਾਂ, ਜਦੋਂ ਆਪਾਂ ਬੋਰੈਕਸ ਨੂੰ ਗਰਮ ਕੀਤਾ ਤਾਂ ਪਹਿਲਾਂ ਉਹਦਾ ਵਾਟਰ ਮੋਲੀਕਿਊਲਸ ਅਲੱਗ ਹੋ ਗਏ, ਦੈਨ ਐਨਹਾਈਡਰਕਸ ਬੋਰੈਕਸ ਦੇ ਵਿੱਚੋਂ ਦੀ ਜਦੋਂ ਉਹਨੂੰ ਫਰਦਰ ਹੀਟ ਕਰਦੇ ਆ ਤਾਂ ਸੋਡੀਅਮ ਮੈਟਾਬੋਰੇਟ ਤੇ ਬੋਰਿਕ ਐਨਹਾਈਡਰਾਈਡ ਦੀ ਟ੍ਰਾਂਸਪੇਰੈਂਟ ਗਲਾਸੀ ਬੀਡ ਬਣ ਜਾਂਦੀ ਹੈ। ਔਰ ਇਹ ਗਲਾਸੀ ਬੀਡ ਜਿਹੜੀ ਹੈ ਇਹਦੇ ਤੋਂ ਆਪਾਂ ਪਲੈਟੀਨਮ ਵਾਇਰ ਦੇ ਉੱਤੇ ਕੁਝ ਸਾਲਟਸ ਰੱਖ ਕੇ, ਜਿਨ੍ਹਾਂ 'ਚ ਨਿਕਲ, ਕੋਬਾਲਟ, ਕ੍ਰੋਮੀਅਮ, ਕੋਈ ਵੀ ਇਹਨਾਂ 'ਚੋਂ ਕਟਾਇਨ ਹੋ ਸਕਦਾ ਹੈ, ਜਦੋਂ ਆਪਾਂ ਹੀਟ ਅਪ ਕਰਾਂਗੇ ਨਾ ਤਾਂ ਜਿਹੜੇ ਲਿੱਤੇ ਹੈ ਸਾਲਟਸ, ਮੈਟਲ ਆਇਨਸ ਜਿਹੜੇ ਲਿੱਤੇ ਆ, ਦੇ ਆਰ ਕਨਵਰਟਡ ਇਨਟੂ देयर ਆਕਸਾਈਡਸ, ਜਿਹੜੇ ਕਿ ਬੋਰੋਨ ਆਕਸਾਈਡ ਦੇ ਨਾਲ ਮੈਟਾਬੋਰੇਟ ਬਣਾਉਣਗੇ। ਜਿਵੇਂ ਨਿਕਲ ਆਕਸਾਈਡ ਹੈ, ਇਹ B2O3 ਜਿਹੜਾ ਗਲਾਸੀ ਬੀਡ ਦੇ ਵਿੱਚ ਸੀਗਾ, ਉਹਦੇ ਨਾਲ ਇਹਨੇ ਮੈਟਾਬੋਰੇਟ ਬਣਾਤਾ। ਇਸੇ ਤਰ੍ਹਾਂ ਕੋਬਾਲਟ ਦਾ, ਕ੍ਰੋਮੀਅਮ ਦਾ, ਮੈਂਗਨੀਜ਼ ਦਾ ਤੇ ਕਾਪਰ ਦਾ, ਇਹਨਾਂ ਦੇ ਮੈਟਾਬੋਰੇਟਸ ਦੇ ਕਲਰ ਅਲੱਗ-ਅਲੱਗ ਹੁੰਦੇ ਆ। ਜਿੱਥੋਂ ਦੀ ਅਸੀਂ ਡਰਾਈ ਟੈਸਟਿੰਗ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਨਿਕਲ ਰੈਡੀਕਲ ਪਹਿਚਾਨ ਲਿਆ ਜੇ ਨਿਕਲ ਨੇ ਬਰਾਊਨ ਕਲਰ ਦਿੱਤਾ ਬੋਰੈਕਸ ਬੀਡ ਟੈਸਟ ਦੇ ਵਿੱਚ, ਕੋਬਾਲਟ ਦਾ ਬਲੂ ਕਲਰ ਹੋਏਗਾ। ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਦਿੱਤੇ ਗਏ ਸਾਲਟ ਦੇ ਵਿੱਚ ਕੋਬਾਲਟ ਹੈ। ਨੈਕਸਟ ਇਜ਼ ਸਮ ਇੰਪੋਰਟੈਂਟ ਕੰਪਾਊਂਡਸ ਆਫ ਬੋਰੋਨ ਦੇ ਵਿੱਚ ਦੂਜਾ ਆਰਥੋਬੋਰਿਕ ਐਸਿਡ, ਫਾਰਮੂਲਾ ਇਜ਼ H3BO3। ਆਰਥੋਬੋਰਿਕ ਐਸਿਡ ਦਾ ਪ੍ਰੈਪਰੇਸ਼ਨ ਕਿਵੇਂ ਹੋਣੀ ਹੈ, ਪਹਿਲੀ ਚੀਜ਼ ਹੈ ਬੋਰੈਕਸ ਤੋਂ ਆਰਥੋਬੋਰਿਕ ਐਸਿਡ ਬਣੇਗਾ ਜਦੋਂ ਆਪਾਂ ਇਹਨੂੰ ਕਿਸੇ ਐਸਿਡ ਨਾਲ ਟ੍ਰੀਟ ਕਰਦੇ ਹਾਂ। ਦੂਸਰਾ ਹੈ ਕੋਲੇਮਨਾਈਟ ਤੋਂ ਵੀ ਆਪਾਂ ਬਣਾ ਸਕਦੇ ਹਾਂ ਬੋਰਿਕ ਐਸਿਡ। ਔਰ ਤੀਸਰਾ ਹੈ ਬਾय ਹਾਈਡਰੋਲਿਸਿਸ ਆਫ बोरोन कंपाउंड, चाहे BCl3 है चाहे बोरोन नाइट्राइड है, इन्हां तो भी आपां वाटर ऐड करके हाइड्रोलिसिस करके ऑर्थोबोरिक एसिड बना सकते हैं। दैन इस दे बाद आंदा है अपने कोले ऑर्थोबोरिक एसिड दियां प्रॉपर्टीज। सो ऑर्थोबोरिक एसिड वाइट क्रिस्टलाइन सॉलिड हुंदा है विद सोपी टच, ते ये ठंडे पानी च बहुत घट घुलदा है, हाँ गर्म पानी च फेयरली सॉल्यूबल होता है। ਜਦੋਂ ਬੋਰਿਕ ਐਸਿਡ ਨੂੰ ਆਪਾਂ ਹੀਟ ਅਪ ਕਰਦੇ ਹਾਂ ਅਪ ਟੂ 373 ਕੈਲਵਿਨ ਤਾਂ ਸਾਡੇ ਕੋਲੇ ਮੈਟਾਬੋਰਿਕ ਐਸਿਡ ਬਣ ਜਾਂਦਾ ਹੈ ਯਾਨੀ HbO2। ਉਹਨੂੰ 433 ਕੈਲਵਿਨ ਤੇ ਹੀਟ ਅਪ ਕਰਦੇ ਹਾਂ ਤਾਂ ਟੈਟਰਾਬੋਰਿਕ ਐਸਿਡ ਯਾਨੀ H2B4O7। ਫਿਰ ਉਹਨੂੰ ਰੈਡ ਹੌਟ ਕਰਦੇ ਹਾਂ ਤਾਂ ਆਪਣੇ ਕੋਲੇ B2O3 ਬੋਰੋਨ ਆਕਸਾਈਡ ਬਣ ਜਾਂਦਾ ਹੈ। ਐਸਿਡਿਕ ਕਰੈਕਟਰ, ਕਿਉਂਕਿ ਨਾਮ ਚ ਆਰਥੋਬੋਰਿਕ ਐਸਿਡ ਹੈ ਨਾ, ਐਸਿਡਿਕ ਕਰੈਕਟਰ ਦਾ ਮਤਲਬ ਇਹ ਹੈ ਕਿ H ਪੋਜ਼ਿਟਿਵ ਵਿਲ ਬੀ ਰਿਲੀਜ਼ਡ। ਸੋ ਜਦੋਂ ਵਾਟਰ ਦਾ ਆਪਾਂ H3BO3 ਦੇ ਉੱਤੇ ਐਕਸ਼ਨ ਕਰਾਉਂਦੇ ਆ ਨਾ ਤਾਂ ਇੱਥੋਂ ਦੀ ਇੱਕ H ਪੋਜ਼ਿਟਿਵ ਜਿਹੜਾ ਹੈ ਉਹ ਰਿਲੀਜ਼ ਆਊਟ ਹੋ ਜਾਂਦਾ ਹੈ ਤੇ BOH 4 ਟਾਈਮਸ ਇਹ ਐਨਾਇਨ ਬਣ ਜਾਂਦਾ ਹੈ। ਸੋ BOH ਥ੍ਰਾਈਸ ਪਲੱਸ 2 ਵਾਟਰ, ਇਹਦੇ ਚ ਆਪਾਂ ਹਾਈਡਰੋਨੀਅਮ ਆਇਨ ਜਿਹੜਾ ਹੈ ਸ਼ੋ ਕਰ ਸਕਦੇ ਹਾਂ। ਸੋ ਬੋਰਿਕ ਐਸਿਡ ਇੱਕ ਪ੍ਰੋਟੋਨਿਕ ਐਸਿਡ ਦੀ ਤਰ੍ਹਾਂ ਐਕਟ ਨਹੀਂ ਕਰਦਾ ਪਰ लुइस एसिड की तरह काम करता है। इट एक्सेप्ट्स इलेक्ट्रॉन पेयर फ्रॉम OH नेगेटिव आयन। सो नेक्स्ट इज कि बोरिक एसिड का इथाइल अल्कोहल नाल जदों आपां नूं H2SO4 की प्रेजेंस च हीट अप करते हैं तो इथाइल बोरेट बनता है और इथाइल बोरेट दे वेपर्स जिहड़े हवा दे विच ग्रीन फ्लेम दे नाल बर्न करते हैं और बोरेट्स नूं टेस्ट करन दे लई या बोरिक एसिड नूं टेस्ट करन दे लई ये एक महत्वपूर्ण टेस्ट है। बोरिक एसिड का स्ट्रक्चर किहो जिहा हुंदा है, बोरिक एसिड के स्ट्रक्चर ਨੂੰ ਜੇ ਆਪਾਂ ਸਮਝਣਾ ਹੈ ਤਾਂ ਪਹਿਲੇ ਗਰਾਊਂਡ ਸਟੇਟ ਕਨਫੀਗਰੇਸ਼ਨ 2s2 2p1, ਦੈਨ ਐਕਸਾਈਟਡ ਸਟੇਟ ਦੇ ਵਿੱਚ 3 ਅਨਪੇਅਰਡ ਇਲੈਕਟ੍ਰੋਨ ਹੋ ਗਏ ਜਿਹੜੇ ਕਿ ਆਕਸੀਜਨ ਦੇ ਨਾਲ ਪੇਅਰਿੰਗ ਸ਼ੋ ਕਰਦੇ ਆ ਤੇ ਨਾਲ BO3 3 ਨੈਗੇਟਿਵ
So here is the structure for BO3, 3 negative. Trigonal planar structure ਹੁੰਦਾ ਹੈ. So BO3 ਠੀਕ ਹੈ ਤੇ ਇਹਨਾਂ ਇਸ O ਦੇ ਨਾਲ H attached ਹੈ, O ਦੇ ਨਾਲ H attached ਹੈ, O ਦੇ ਨਾਲ H attached ਹੈ. So this is H3BO3 and this is structure of BO3, 3 negative. This is the structure for borate ion. The boron hydrides. So boron ਜਿਹੜਾ ਹੈ number of hydrides ਬਣਾਉਂਦਾ ਹੈ ਤੇ ਉਹਦਾ formula BnHn4 n+4 और BnHn+6. अगर N2 है ਤਾਂ H किन्ने होंगे 2+4 it will be 6 यानी B2H6 और ਇਹਨੂੰ ਅਸੀਂ डाइबोरेन कहने हैं और ਇਹ simplest hydride है. सो इसे तरीके ਦੇ ਨਾਲ B2H8 ਵੀ ਸੰਭਵ ਹੈ N+6 ਠੀਕ ਹੈ. ਸੋ ਇਹਨਾਂ ਸਾਰਿਆਂ ਦੇ ਵਿੱਚੋਂ ਸਿੰਪਲੈਸਟ ਹੈ ਡਾਈਬੋਰੇਨ. ਨੈਕਸਟ ਇਜ਼ ਪ੍ਰੈਪਰੇਸ਼ਨ ਆਫ ਡਾਈਬੋਰੇਨ. ਸੋ ਸੋਡੀਅਮ ਬੋਰੋਹਾਈਡਰਾਈਡ ਆਇਓਡੀਨ ਦੇ ਨਾਲ ਜਦੋਂ ਹੀਟ ਅਪ ਕੀਤਾ ਜਾਂਦਾ ਹੈ ਤਾਂ B2H6 ਬਣਦੀ ਹੈ, ਸੋਡੀਅਮ ਆਇਓਡਾਈਡ ਨਿਕਲਦਾ ਹੈ ਤੇ ਹਾਈਡਰੋਜਨ ਨਿਕਲਦੀ ਹੈ. ਇਹ BF3 ਤੋਂ ਵੀ ਬਣਾਇਆ ਜਾ ਸਕਦਾ ਹੈ ਜੇ ਆਪਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਦੇ ਨਾਲ ਰਿਐਕਟ ਕਰਾਉਂਦੇ ਹਾਂ. ਸੋ B2H6 ਨੂੰ ਜੇ ਆਪਾਂ ਇੰਡਸਟਰੀਅਲ ਸਕੇਲ ਤੇ ਪ੍ਰਿਪੇਅਰ ਕਰਨਾ ਹੈ ਤਾਂ ਆਪਾਂ ਬੋਰੋਨ ਫਲੋਰਾਈਡ ਨੂੰ ਲਿਥੀਅਮ ਹਾਈਡਰਾਈਡ ਦੇ ਨਾਲ 450 ਕੈਲਵਿਨ ਤੇ ਹੀਟ ਅਪ ਕਰਾਂਗੇ ਔਰ ਆਪਣੇ ਕੋਲੇ ਡਾਈਬੋਰੇਨ ਬਣ ਜਾਂਦਾ ਹੈ. ਸੋ ਇਸ ਦੇ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰੋਪਰਟੀਜ਼ ਆਫ ਡਾਈਬੋਰੇਨ. डाइबोरेन कलरलेस है, हाईली टॉक्सिक गैस है and it catches fire spontaneously on exposure to air. ਤੇ ਜਦੋਂ ਇਹ ਆਕਸੀਜਨ ਦੀ ਪ੍ਰੈਜ਼ੈਂਸ ਚ ਬਰਨ ਹੁੰਦੀ ਹੈ ਤਾਂ ਕਾਫੀ ਜ਼ਿਆਦਾ ਹੀਟ ਜਿਹੜੀ ਹੈ ਉਹ ਲਿਬਰੇਟ ਹੁੰਦੀ ਹੈ. ਹੀਟ ਆਫ ਕੰਬਸ਼ਨ -1976 ਕਿਲੋਜਾਊਲਸ ਪਰ ਮੋਲ. ਯਾਦ ਰੱਖੋ ਕਿ ਡਾਈਬੋਰੇਨ ਯਾਨੀ ਕਿ B2H6 ਇਹਦਾ ਰੰਗ ਕੋਈ ਨਹੀਂ ਹੁੰਦਾ ਪਰ ਇਹ ਜ਼ਹਿਰੀਲੀ ਗੈਸ ਹੁੰਦੀ ਹੈ. ਜੇ ਅੱਗ ਫੜ ਲਵੇ ਤਾਂ ਬਹੁਤ ਜ਼ਿਆਦਾ ਹੀਟ ਰਿਲੀਜ਼ ਕਰਦੀ ਹੈ. ਹਾਈ ਟੈਂਪਰੇਚਰ ਤੇ ਡਾਈਬੋਰੇਨ ਜਿਹੜੀ ਹੈ ਅਨਸਟੇਬਲ ਹੋ ਜਾਂਦੀ ਹੈ ਔਰ ਕਾਫੀ ਤਰ੍ਹਾਂ ਦੇ ਬੋਰੇਨਸ ਹੋਰ ਬੋਰੇਨਸ ਇਹ ਬਣਾਉਂਦੀ ਹੈ. ਬੋਰੇਨ ਦਾ ਫਾਰਮੂਲਾ ਯਾਦ ਰੱਖੋ, ਜਿੰਨੇ ਬੋਰੋਨ ਹੈ ਨਾ ਉਹਦੇ ਚ ਜਾਂ ਤਾਂ ਤੁਸੀਂ 4 ਐਡ ਕਰ ਦਿਓ ਜਾਂ 6 ਐਡ ਕਰ ਦਿਓ. ਸੋ ਉਹ ਬਣ ਜਾਣਗੇ ਬੋਰੇਨਸ. ਜਦੋਂ ਡਾਈਬੋਰੇਨ ਵਾਟਰ ਦੇ ਨਾਲ ਰਿਐਕਟ ਕਰਦੀ ਹੈ ਤਾਂ ਬੋਰਿਕ ਐਸਿਡ ਬਣਦਾ ਹੈ. ਇਹ ਇਕੁਏਸ਼ਨ ਆਪਾਂ ਪ੍ਰੈਪਰੇਸ਼ਨ ਆਫ ਬੋਰਿਕ ਐਸਿਡ ਚ ਕਰ ਚੁੱਕੇ ਹਾਂ. ਡਾਈਬੋਰੇਨ ਅਮੋਨੀਆ ਦੇ ਨਾਲ ਬੋਰਾਜ਼ੀਨ ਬਣਾਉਂਦੀ ਹੈ ਔਰ ਬੋਰਾਜ਼ੀਨ ਯਾਨੀ ਕਿ B3N3H6. ਬੋਰਾਜ਼ੀਨ ਨੂੰ ਇਨਆਰਗੈਨਿਕ ਬੈਂਜ਼ੀਨ ਕਿਹਾ ਜਾਂਦਾ ਹੈ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ. ਬੈਂਜ਼ੀਨ ਦਾ ਫਾਰਮੂਲਾ ਕੀ ਹੁੰਦਾ ਹੈ C6H6. ਸੋ ਇੱਥੇ C6 ਦੀ ਥਾਂ ਤੇ B3N3 ਹੈ ਕਿਉਂਕਿ ਬੋਰਾਜ਼ੀਨ ਦਾ ਜਿਹੜਾ ਸਟਰਕਚਰ ਹੈ ਉਹ ਬੈਂਜ਼ੀਨ ਦੇ ਬਿਲਕੁਲ ਸਿਮਿਲਰ ਹੁੰਦਾ ਹੈ, ਇਸ ਕਰਕੇ ਇਹਨੂੰ ਇਨਆਰਗੈਨਿਕ ਬੈਂਜ਼ੀਨ ਕਹਿੰਦੇ ਆ. ਜਿਵੇਂ ਬੈਂਜ਼ੀਨ ਦੇ ਵਿੱਚ 6 ਕਾਰਬਨ 1 2 3 4 5 6 ਤੇ ਆਲਟਰਨੇਟ ਡਬਲ ਸਿੰਗਲ ਬੌਂਡ ਹੁੰਦੇ ਆ, ਬਿਲਕੁਲ ਉਸੇ ਤਰੀਕੇ ਨਾਲ 3 ਬੋਰੋਨ ਤੇ 3 ਨਾਈਟ੍ਰੋਜਨ ਆਲਟਰਨੇਟ ਪੋਜੀਸ਼ਨਸ ਤੇ ਡਬਲ ਬੌਂਡਸ ਦੇ ਨਾਲ ਔਰ ਹਰ ਇੱਕ ਥਾਂ ਤੇ ਇੱਕ ਹਾਈਡਰੋਜਨ ਜੁੜੀ ਹੋਈ ਹੈ. ਸੋ ਦਿਸ ਇਜ਼ ਬੋਰਾਜ਼ੀਨ ਔਰ ਬੋਰਾਜ਼ੀਨ ਦੀ ਜਿਹੜੀ ਸਟਰਕਚਰ ਰਿਜ਼ੈਂਬਲੈਂਸ ਹੈ ਉਹ ਬੈਂਜ਼ੀਨ ਨਾਲ ਹੁੰਦੀ ਹੈ, ਜਿਸ ਕਰਕੇ ਅਸੀਂ ਇਹਨੂੰ ਇਨਆਰਗੈਨਿਕ ਬੈਂਜ਼ੀਨ ਕਹਿੰਦੇ ਹਾਂ. ਸਟਰਕਚਰ ਆਫ ਡਾਈਬੋਰੇਨ ਜਦੋਂ ਆਪਾਂ ਦੇਖਦੇ ਹਾਂ ਤਾਂ ਬੋਰੋਨ ਦੇ 2 ਐਟਮ B ਔਰ B ਇਹ 3 ਹਾਈਡਰੋਜਨਸ ਨਾਲ each boron atom is combined with 3 other hydrogen. ठीक है. सो डाइबोरेन किस तरह बनया है? डाइबोरेन दे विच की है 2 बोरोन एटम ते 4 टर्मिनल हाइड्रोजन. केड़े केड़े 1 2 3 4 ਉਹ ਇੱਕੋ ਪਲੇਨ ਚ ਲਾਈ ਕਰਦੇ ਹੈ, ਜਦਕਿ ਜਿਹੜੇ ਆਹ 2 ਬ੍ਰਿਜ ਹਾਈਡਰੋਜਨ ਹੈ ਇਹ ਪਰਪੈਂਡੀਕੂਲਰ ਪਲੇਨ ਤੇ ਹੁੰਦੇ ਹੈ. ਠੀਕ ਹੈ. ਸੋ ਜਿਹੜੇ 4 ਟਰਮੀਨਲ ਹਾਈਡਰੋਜਨ ਹੈ ਉਹ ਨਾਰਮਲ ਕੋਵੈਲੈਂਟ ਬੌਂਡ ਦੀ ਤਰ੍ਹਾਂ ਅਟੈਚਡ ਹੈ ਔਰ ਜਿਹੜੀਆਂ ਬ੍ਰਿਜਡ ਹਾਈਡਰੋਜਨ ਹੈ ਦੇ ਆਰ ਰਿਸਪੌਂਸਿਬਲ ਫॉर 3 ਸੈਂਟਰ ਇਲੈਕਟ੍ਰੋਨ ਪੇਅਰ ਬੌਂਡ. ਬੇਟਾ ਬੋਰੋਨ ਦੇ ਕੋਲੇ 3 ਇਲੈਕਟ੍ਰੋਨ ਹੁੰਦੇ ਹੈ ਲਾਈਕ ਦਿਸ ਔਰ ਇਸ ਬੋਰੋਨ ਦੇ 1 2 3. ਪਰ ਜੇ ਤੁਸੀਂ ਹੁਣ
ਬ੍ਰਿਜਿੰਗ ਦੇਖੋ ਤਾਂ ਬ੍ਰਿਜਿੰਗ ਕਾਦੇ ਵਿਚਕਾਰ ਹੋ ਰਹੀ ਹੈ, ਇਸ ਤਰ੍ਹਾਂ ਹੋ ਰਹੀ ਹੈ। ਸੋ ਬੋਰੋਨ ਦਾ ਜਿਹੜਾ इलेक्ट्रॉन है 1, दिस वन, और 2 इलेक्ट्रॉन्स हैं और सेंटर किन्ने हैं 3, हाइड्रोजन बोरोन बोरोन। सो ये जेड़े ब्रिजिंग वाला है ना, इनदे विच 3 सेंटर यानी कि बोरोन हाइड्रोजन ते बोरोन, इलेक्ट्रॉन तो 2 ही है ना इन्हां च। सो 3 सेंटर्ड इलेक्ट्रॉन पेयर बॉन्ड होंदे हैं और एक अपने आप च एक यूनिक फिनोमिनन है। डाइबोरेन ਦਾ ਸਟਰਕਚਰ ਬੇਟਾ ਹਾਈਬ੍ਰਿਡਾਈਜੇਸ਼ਨ ਦੇ ਬੇਸਿਸ ਤੇ ਜੇ ਕਰੋ ਨਾ ਤਾਂ ਤੁਹਾਨੂੰ ਇਹਦਾ 3 ਸੈਂਟਰ 2 ਇਲੈਕਟ੍ਰॉन्स ਇਸ ਬੌਂਡ ਦੀ ਸਮਝ ਅੱਛੀ ਤਰ੍ਹਾਂ ਆ ਜਾਏਗੀ। ਬੋਰੋਨ ਦੇ ਵਿੱਚ ਬਾਹਰ ਵਾਲੇ ਸ਼ੈਲ 'ਚ 3 ਇਲੈਕਟ੍ਰॉन ਹੈ ਜਿਹੜੇ ਅਨਪੇਅਰ ਹੋ ਜਾਂਦੇ ਹੈ ਔਰ ਇਹ ਚਾਰੋਂ ऑर्बिटल ਇੱਕ s ਤੇ 3 p ਦੇ ਅੰਡਰਗੋ sp3 ਹਾਈਬ੍ਰਿਡਾਈਜੇਸ਼ਨ। sp3 ਦਾ ਮਤਲਬ ਇਹ ਬਣਿਆ ਵੀ ਆਹ ਵਾਲੇ 4 ਇਕੁਅਲ ਸ਼ੇਪ ਦੇ sp3 ਹਾਈਬ੍ਰਿਡਾਈਜ਼ਡ ਆਰਬਿਟਲਸ ਬਣ ਜਾਂਦੇ ਆ ਜਿਹੜੇ ਕਿ ਬੋਰੋਨ ਦੇ ਆਲੇ ਦੁਆਲੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਅਰੇਂਜ ਕਰ ਲੈਂਦੇ ਆ। ਠੀਕ ਹੈ, ਹੁਣ ਤੁਸੀਂ ਇਹਨੂੰ ਅੱਛੀ ਤਰ੍ਹਾਂ ਸਮਝ ਸਕਦੇ ਹੋ ਕਿ ਜੇ ਇੱਥੇ 4 ਪੋਜੀਸ਼ਨਸ ਤੇ ਹਾਈਡਰੋਜਨਸ ਲੱਗ ਗਈਆਂ ਜਿਹੜੀਆਂ ਕਿ ਇੱਕੋ ਪਲੇਨ 'ਚ ਹੈ, ਇੱਥੇ ਇੱਕ ਹਾਈਡਰੋਜਨ ਔਰ ਇੱਥੇ ਇੱਕ ਹਾਈਡਰੋਜਨ, ਸੋ ਇਲੈਕਟ੍ਰॉन पेयर ਤਾਂ ਇੱਥੇ ਹੈ ਤੇ ਇੱਥੇ ਹੈ। ਠੀਕ ਹੈ, ਨਾउ बॉन्ड इज बिटवीन these 3, बॉन्ड इज बिटवीन these 3। ਠੀਕ ਹੈ, ਸੋ ਇੱਥੋਂ ਦੀ ਆਪਾਂ ਨੂੰ ਆ ਚੀਜ਼ ਸਮਝ ਆਉਂਦੀ ਹੈ ਕਿ ਆ sp3 ਹਾਈਬ੍ਰਿਡਾਈਜ਼ਡ ਹਾਈਡਰੋਜਨ ਦੇ ਨਾਲ ਬੌਂਡ ਬਣਾ ਰਹੇ ਹੈ ਤੇ ਆ ਜਿਹੜਾ ਵੇਕੈਂਟ ਹਾਈਬ੍ਰਿਡਾਈਜ਼ਡ ਆਰਬਿਟਲ ਹੈ ਦਿਸ ਇਜ਼ ਵੇਕੈਂਟ ਤੇ ਦੂਸਰੇ ਪਾਸੇ ਇਹਦਾ ਵੇਕੈਂਟ ਹੋਏਗਾ ਇਸ ਬੋਰੋਨ ਦਾ जो हाइड्रोजन ਦੇ ਨਾਲ बॉन्ड बना रहे हैं। सो 3 सेंटर्ड 2 इलेक्ट्रॉन बॉन्ड और इस ਨੂੰ ਨਾ ਆਪਾਂ ਲਾਈਕ ਦਿਸ ਰਿਪਰੈਜ਼ੈਂਟ ਕਰਦੇ ਹਾਂ ਔਰ ਇਹਦੀ ਸ਼ੇਪ ਕਰਕੇ ਅਸੀਂ ਇਹਨੂੰ ਬਨਾਨਾ ਬੌਂਡ ਵੀ ਕਹਿ ਦਿੰਦੇ ਹਾਂ। ਨੈਕਸਟ ਹੈ ਯੂਜ਼ਸ ਆਫ ਬੋਰੋਨ। ਬੋਰੋਨ ਫਾਈਬਰਸ ਦੇ ਵਿੱਚ ਬੇਟਾ ਬਹੁਤ ਜ਼ਿਆਦਾ ਟੈਂਸਾਈਲ ਸਟਰੈਂਥ ਹੁੰਦੀ ਹੈ ਜਿਸ ਕਰਕੇ ਆਪਾਂ ਇਹਦੇ ਬੁਲੇਟ ਪ੍ਰੂਫ ਸੂਟ ਬਣਾਉਂਦੇ ਹਾਂ। ਕਈ ਕੱਪੜੇ ਹੁੰਦੇ ਆ ਨਾ ਜਿਹੜੇ ਜਿਨ੍ਹਾਂ 'ਚ ਗੋਲੀ ਨਹੀਂ ਲੰਘ ਸਕਦੀ, ਸੋ ਦੇ ਆਰ ਮੇਡ ਅਪ ਆਫ ਬੋਰੋਨ ਫਾਈਬਰਸ। ਨੈਕਸਟ ਹੈ ਬੋਰੋਨ ਇਜ਼ ਯੂਜ਼ਡ ਇਨ ਸਟੀਲ ਇੰਡਸਟਰੀ ਤਾਂ ਕਿ ਸਟੀਲ ਦੀ ਹਾਰਡਨੈਸ ਮਜ਼ਬੂਤੀ ਵਧਾਈ ਜਾ ਸਕੇ। ਉਸਦੇ ਬਾਅਦ ਬੋਰੋਨ ਕੰਪਾਊਂਡਸ ਜਿਹੜੇ ਹੈ ਉਹ ਰਾਕਟ ਫਿਊਲ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਹੈ ਕਿਉਂਕਿ ਉਹਨਾਂ ਦਾ ਭਾਰ ਘੱਟ ਹੁੰਦਾ ਹੈ, એનર્ਜੀ ਉਹ ਜ਼ਿਆਦਾ ਲਿਬਰੇਟ ਕਰਦੇ ਹੈ। ਨੈਕਸਟ ਬੋਰੋਨ ਜਿਹੜਾ ਹੈ ਉਹ ਪਲਾਂਟ ਮੈਟਾਬੋਲਿਜ਼ਮ ਦੇ ਵਿੱਚ ਵੀ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਜ਼ਰੂਰੀ ਹੁੰਦਾ ਹੈ, ਇਸੈਂਸ਼ੀਅਲ ਹੁੰਦਾ ਹੈ। ਜਿਹੜਾ ਨੈਕਸਟ ਹੈ ਦੈਟ ਇਜ਼ ਕਿ ਇਹ ਸੈਮੀ ਕੰਡਕਟਰ ਦੀ ਤਰ੍ਹਾਂ ਵੀ ਇਸਤੇਮਾਲ ਹੁੰਦਾ ਹੈ ਤੇ ਕਈ ਇਲੈਕਟ੍ਰੋਨਿਕ ਡਿਵਾਈਸਿਸ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਐਲੂਮੀਨੀਅਮ ਦੇ ਕਿਹੜੇ ਕਿਹੜੇ ਫਾਇਦੇ ਹੈ? ਐਲੂਮੀਨੀਅਮ ਤਾਂ ਬੇਟੇ ਮੇਨਲੀ ਇਲੈਕਟ੍ਰਿਕ ਪਾਵਰ ਕੇਬਲਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਐਲੂਮੀਨੀਅਮ ਫੋਇਲ ਤੁਸੀਂ ਰੋਟੀ ਰੈਪ ਕਰਨ ਦੇ ਵਿੱਚ ਇਸਤੇਮਾਲ ਕਰਦੇ ਹੋ ਨਾ। ਇਸ ਤੋਂ ਇਲਾਵਾ ਫੂਡ ਦੇ ਡਿਫਰੈਂਟ ਆਈਟਮਸ ਜਿਵੇਂ ਚਾਕਲੇਟਸ ਹੈ ਉਹਨਾਂ ਨੂੰ ਪੈਕ ਕਰਨ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਿੰਨੇ ਵੀ ਆਪਾਂ ਪੀਣ ਵਾਲੇ ਸੌਫਟ ਡਰਿੰਕਸ ਵਗੈਰਾ ਹੈ ਜਾਂ ਡੇਰੀ ਪ੍ਰੋਡਕਟਸ ਹੈ ਜਾਂ ਟੂਥਪੇਸਟ ਟਿਊਬ ਹੈ ਉਹਨਾਂ ਦੇ ਜਿਹੜੇ ਕੈਨਸ ਹੁੰਦੇ ਆ ਉਹ ਵੀ ਐਲੂਮੀਨੀਅਮ ਦੇ ਬਣਦੇ ਆ। ਐਲੂਮੀਨੀਅਮ ਦੇ ਪੇਂਟ ਬਣਾਏ ਜਾਂਦੇ ਆ ਤਾਂ ਕਿ ਆਇਰਨ ਔਰ ਜ਼ਿੰਕ ਦੇ ਉੱਤੇ ਰਸਟਿੰਗ ਤੋਂ ਪ੍ਰੋਟੈਕਟ ਕੀਤਾ ਜਾ ਸਕੇ। ਐਲੂਮੀਨੀਅਮ ਪਾਊਡਰ ਜਿਹੜਾ ਹੈ ਉਹ ਫਲੈਸ਼ਲਾਈਟ ਬਲਬਸ ਦੇ ਵਿੱਚ ਜਾਂ ਇਨਡੋਰ ਫੋਟੋਗ੍ਰਾਫੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਨੈਕਸਟ ਹੈ ਆਪਣੇ ਕੋਲੇ ਗਰੁੱਪ 14 ਐਲੀਮੈਂਟਸ। ਸੋ 14ਵੇਂ ਗਰੁੱਪ ਦੇ ਐਲੀਮੈਂਟਸ ਕਿਹੜੇ ਕਿਹੜੇ ਹੈ? ਕਾਰਬਨ, ਸਿਲੀਕਨ, ਜਰਮੇਨੀਅਮ, ਟਿਨ, ਲੈਡ। ਸੋ ਇਹਨਾਂ ਦੇ ਵਿੱਚ ਲਾਸਟ ਬਾਹਰ ਵਾਲੇ ਸ਼ੈਲ 'ਚ 4 ਇਲੈਕਟ੍ਰॉन्स ਹੈ ਤੇ ਜੇ ਤੁਸੀਂ ਜਨਰਲ ਕਨਫੀਗਰੇਸ਼ਨ ਦੇਖੋ ਤਾਂ ਇਹਨਾਂ ਦੀ ਜਨਰਲ ਕਨਫੀਗਰੇਸ਼ਨ ns2 np2। ਸੋ ਇਨਰਟ ਪੇਅਰ ਇਫੈਕਟ ਇਹ ਵੀ ਸ਼ੋ ਕਰਨਗੇ। ਹੁਣ ਗਰੁੱਪ 14 ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਤੇ ਐਟੋਮਿਕ ਪ੍ਰੋਪਰਟੀਜ਼। ਐਟੋਮਿਕ ਸਾਈਜ਼ ਜਿਹੜਾ ਗਰੁੱਪ 14 ਐਲੀਮੈਂਟਸ ਦਾ ਉਹ 13ਵੇਂ ਗਰੁੱਪ ਦੇ ਐਲੀਮੈਂਟਸ ਦੇ ਨਾਲੋਂ ਲੈਸ ਛੋਟਾ ਹੋਏਗਾ ਕਿਉਂਕਿ ਅਲੋਂਗ ਅ ਪੀਰੀਅਡ ਸਾਈਜ਼ ਗੋਜ਼ ਔਨ ਡਿਕਰੀਜ਼ਿੰਗ। ਸੋ ਜੇ ਇਹ 13ਵਾਂ ਗਰੁੱਪ ਹੈ ਤੇ ਆ 14ਵਾਂ ਹੈ ਤਾਂ 13ਵੇਂ ਦੇ ਨਾਲੋਂ 14ਵਾਂ ਵਾਲਾ ਜਿਹੜਾ ਹੈ ਉਹ ਥੋੜਾ ਛੋਟਾ ਹੋਏਗਾ। ਡਾਊਨ ਦਾ ਗਰੁੱਪ ਆਫ ਕੋਰਸ ਸਾਈਜ਼ ਵਧੇਗਾ।
ठीक है, बिकॉज डाउन द ग्रुप बेटे ਆਪਾਂ ਨੂੰ ਪਤਾ ਹੈ ਕਿ ਨੰਬਰ ਆਫ ਸ਼ੈਲਸ ਵਧੀ ਜਾਣੇ ਆ, ਐਜ਼ ਅ ਰਿਜ਼ਲਟ ਸਾਈਜ਼ ਵੱਡਾ ਹੋਈ ਜਾਏਗਾ। ਸੋ ਡਾਊਨ ਦ ਗਰੁੱਪ ਆਇਨਾਈਜੇਸ਼ਨ ਐਂਥੈਲਪੀ ਕਿੱਦਾਂ ਦੀ ਹੋਏਗੀ? ਡਾਊਨ ਦ ਗਰੁੱਪ ਆਇਨਾਈਜੇਸ਼ਨ ਐਂਥੈਲਪੀ ਘਟੇਗੀ। ਕਾਰਬਨ ਦੀ ਆਇਨਾਈਜੇਸ਼ਨ ਐਂਥੈਲਪੀ ਸਭ ਤੋਂ ਵੱਧ, ਉਸ ਤੋਂ ਘੱਟ ਹੈ ਸਿਲੀਕॉन, ਉਸ ਤੋਂ ਘੱਟ ਜਰਮੇਨੀਅਮ, ਫਿਰ ਟਿਨ, ਪਰ ਲੈਡ ਦੀ ਜਿਹੜੀ ਹੈ ਨਾ ਉਹ ਵੱਧ ਜਾਂਦੀ ਹੈ। ਤੇ ਅਲੋਂਗ ਅ ਪੀਰੀਅਡ ਆਪਾਂ ਨੂੰ ਪਤਾ ਹੀ ਹੈ ਕਿ ਆਇਨਾਈਜੇਸ਼ਨ ਐਂਥੈਲਪੀ ਵਧੇਗੀ। ਸੋ ਐਜ਼ ਅ ਰਿਜ਼ਲਟ 14ਵੇਂ ਗਰੁੱਪ ਦੀ 13ਵੇਂ ਗਰੁੱਪ ਦੇ ਨਾਲੋਂ ਆਇਨਾਈਜੇਸ਼ਨ ਐਂਥੈਲਪੀ ਜ਼ਿਆਦਾ ਹੋਏਗੀ, ਹਾਇਰ ਹੋਏਗੀ। ਮੈਲਟਿੰਗ ਐਂਡ ਬੋਇਲਿੰਗ ਪੁਆਇੰਟਸ, ਹੁਣ ਕਿਉਂਕਿ 14ਵੇਂ ਗਰੁੱਪ ਦੇ ਜਿਹੜੇ ਮੈਂਬਰਸ ਹੈ ਉਹ ਕੋਵੈਲੈਂਟ ਬੌਂਡ ਬਣਾਉਂਦੇ ਆ। ਕਾਰਬਨ ਫੈਮਿਲੀ ਹਮੇਸ਼ਾ ਮੈਕਸਿਮਮ ਕੋਵੈਲੈਂਟ ਬੌਂਡ ਬਣਾਉਂਦੀ ਹੈ ਆਪਸ ਦੇ ਵਿੱਚ, ਜਿਸ ਕਰਕੇ ਉਹਨਾਂ ਦੀਆਂ ਸਟਰੋਂਗ ਬਾਈਂਡਿੰਗ ਫੋਰਸਸ ਹੁੰਦੀਆਂ ਉਹਨਾਂ ਦੇ ਐਟਮਸ ਦੇ ਵਿਚਕਾਰ ਸੋਲਿਡ ਔਰ ਲਿਕੁਇਡ ਸਟੇਟਸ 'ਚ। ਇਸ ਕਰਕੇ ਇਹਨਾਂ ਦੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਜਿਹੜੇ ਹੈ ਉਹ 13ਵੇਂ ਗਰੁੱਪ ਦੇ ਨਾਲੋਂ ਹਾਇਰ ਹੋਣਗੇ। ਮੈਟੈਲਿਕ ਕਰੈਕਟਰ ਦੀ ਜੇ ਗੱਲ ਕਰੋ ਤਾਂ ਪਹਿਲਾ ਮੈਂਬਰ ਕਾਰਬਨ ਨॉन ਮੈਟਲ ਹੈ, सिलिकॉन भी नॉन मेटल है, जर्मेनियम मेटलॉइड है, पर टिन और लेड ये दोनों मेटल्स है। सो तुसी कार्बन और सिलिकॉन नॉन मेटल, जर्मेनियम मेटलॉइड और टिन और लेड जिहड़े हैं मेटल, मतलब डाउन द ग्रुप मेटैलिक करैक्टर इंक्रीज होंदा है। ऑक्सीडेशन स्टेट की गल करो बेटा, इहदे च जनरल कॉन्फिगरेशन NS2 NP2 है। सो इन्हां दी मोस्ट कॉमन ऑक्सीडेशन स्टेट +4 है, पर डाउन द ग्रुप लोअर ऑक्सीडेशन स्टेट बिकम्स मोर स्टेबल। +2 ऑक्सीडेशन स्टेट जिहड़ी है +4 नालों ज़्यादा स्टेबल हो जाएगी, एंड दिस इज ड्यू टू इनर्ट पेयर इफेक्ट। दैन अपने को आंदी हैं कैमिकल प्रॉपर्टीज ऑफ ग्रुप 14। सब तो पहली प्रॉपर्टी ऑक्सीजन नाल किवें रिएक्ट करते हैं बेटा, ऑक्सीजन दे नाल मोनोऑक्साइड्स भी बनाते हैं ते डाइऑक्साइड्स भी बनाते हैं। मोनोऑक्साइड दा जनरल फार्मूला MO, यानी कार्बन मोनोऑक्साइड, सिलिकॉन मोनोऑक्साइड, जर्मेनियम मोनोऑक्साइड, टिन मोनोऑक्साइड, लेड मोनोऑक्साइड। कार्बन मोनोऑक्साइड की खासियत है कि इट इज स्ट्रोंगेस्ट रिड्यूसिंग एजेंट। जदों 14वें ग्रुप के डाइऑक्साइड्स की गल करते हैं तो उन्होंने जनरल फार्मूला MO2, कार्बन डाइऑक्साइड, सिलिकॉन डाइऑक्साइड, जर्मेनियम डाइऑक्साइड, टिन डाइऑक्साइड एंड लेड डाइऑक्साइड। सॉलिड कार्बन डाइऑक्साइड है ना, उन्होंने असी ड्राई आइस भी कहने हैं, ते इनू वपारक तौर पर ड्राई कोल्ड नाम दिता जाता है, और एक रेफ्रिजरेंट ठंडा सबसटेंस की फॉर्म दे विच इनका इस्तेमाल किया जाता है। ये देखण च बर्फ वर्गा हुंदा है, पर जे आपां कोई गिला सोचिए ना कपड़े नू करूगा, नहीं, ये कपड़े नू गिला बिल्कुल नहीं करता, या पेपर नू गिला नहीं करता, क्योंकि ये डायरेक्टली सॉलिड तो वेपर स्टेट च चला जाता है विदाउट मेल्टिंग। नेक्स्ट इज कि 14th ग्रुप के एलीमेंट्स वाटर नाल किवें रिएक्ट करते हैं। कार्बन, सिलिकॉन, जर्मेनियम ये तीनों तो वाटर दे नाल इफेक्ट नहीं होंदे, पर टिन जिहड़ा है उस स्टीम दे नाल रिएक्ट करके डाइऑक्साइड फॉर्म करता है और हाइड्रोजन लिबरेट होंदी है। लेड दे उत्ते भी वाटर दा कोई इफेक्ट नहीं हुंदा, क्योंकि लेड दे उत्ते ऑक्साइड दी एक प्रोटेक्टिव परत बन जाती है जो वाटर दे नाल उन्होंने रिएक्ट नहीं करन दिंदी। 14वें ग्रुप के एलीमेंट्स हैलोजन्स दे नाल किवें रिएक्ट करते हैं बेटा, ये 14वें ग्रुप के एलीमेंट्स टेट्राहेलाइड बनाते हैं, जिन्हों का फॉर्मूला CX4 यानी CCl4, ठीक है, या डाइहेलाइड बनाते हैं जिन्हें विच EX2 फॉर्मूला हुंदा है। टेट्राहेलाइड्स की जे आपां गल करिए तो कार्बन नू छोड़ के सारे मैंबर डायरेक्टली हैलोजन्स दे नाल रिएक्ट कर जाते हैं। सिलिकॉन ते जर्मेनियम जल्दी रिएक्ट कर जाते हैं ते टेट्राहेलाइड बनाते हैं, जबकि आप इत्थे देखते हैं कि टिन और लेड ये कंपैरेटिवली लेस रिएक्टिव होंगे हैं। ज्यादातर टेट्राहेलाइड कोवलेंट इन नेचर होंगे हैं, पर टिन और लेड दे टेट्राहेलाइड आयनिक इन नेचर है। लेड दा I4 डज नॉट एग्जिस्ट। इनका कारण सोच सकते हो तुसी? यस, इनका कारण है इनर्ट पेयर इफेक्ट। वेरी गुड। डाइहेलाइड्स की गल करो EX2, तो कार्बन डाइहेलाइड एग्जिस्ट नहीं करते,
ठीक है। सो डाई हैलाइड ਦੀ स्टेबिलिटी डाउन द ग्रुप ਵੱਧਦੀ है क्योंकि डाउन द ग्रुप लोअर ऑक्सीडेशन स्टेट इज मोर स्टेबल। देन बेटे इत्थे एक बहुत ही इंपॉर्टेंट सवाल है जो कि पेपर च आना ही आना है। सवाल है कि CCl4 ਨੂੰ ਤਾਂ ਅਸੀਂ ਹਾਈਡਰੋਲਾਈਜ਼ ਨਹੀਂ ਕਰ ਸਕਦੇ ਬਟ ਸਿਲੀਕਨ ਟੈਟਰਾਕਲੋਰਾਈਡ ਨੂੰ ਈਜ਼ੀਲੀ ਹਾਈਡਰੋਲਾਈਜ਼ ਕਰ ਸਕਦੇ ਆ। ਇਹਦਾ ਕਾਰਨ ਹੈ कि कार्बन ਦੇ ਵਿੱਚ वेकेंट d ऑर्बिटल नहीं ਹੁੰਦੇ पर सिलिकॉन ਚ वेकेंट 3d ऑर्बिटल ਹੁੰਦੇ ਹੈ जिस करके it can accept electrons from water molecule and it can be easily hydrolyzed. Next है formation of hydrides. So 14वें ग्रुप ਦੇ एलिमेंट हाइड्रोजन ਨਾਲ रिएक्ट करके हाइड्राइड बनाते हैं ਤੇ molecular formula MH4। ਹੁਣ ਆਪਾਂ ਨੂੰ ਬੇਟਾ ਕਾਰਬਨ ਦੇ ਜੇ ਹਾਈਡਰਾਈਡਸ ਦੀ ਗੱਲ ਕਰੀਏ ਤਾਂ ਅਲਕੇਨ ਅਲਕੀਨ ਅਲਕਾਈਨ ਆਈ ਥਿੰਕ ਇਹਨਾਂ ਬਾਰੇ ਤਾਂ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਕਿ ਜਿੰਨੇ ਕਾਰਬਨ ਹੈ ਉਸਦੇ ਡਬਲ ਤੋਂ 2 ਜ਼ਿਆਦਾ ਤਾਂ ਅਲਕੇਨ, ਜਿੰਨੇ ਕਾਰਬਨ ਹੈ ਉਸਦੇ ਡਬਲ ਹਾਈਡਰੋਜਨ ਹੈ ਤਾਂ ਅਲਕੀਨ, ਜਿੰਨੇ ਕਾਰਬਨ ਹੈ ਉਸਦੇ ਡਬਲ ਤੋਂ 2 ਘੱਟ ਹਾਈਡਰੋਜਨ ਹੈ ਤਾਂ ਅਲਕਾਈਨ। ਔਰ ਇਸ ਤੋਂ ਇਲਾਵਾ ਐਰੋਮੈਟਿਕ ਹਾਈਡਰੋਕਾਰਬਨਸ ਵੀ ਹੁੰਦੇ ਹੈ। ਸਿਲੀਕॉन ਜਿਹੜਾ ਹੈ ਨਾ ਉਹ ਫਾਰਮੂਲਾ ਤਾਂ ਇਹੀ ਹੋਏਗਾ ਜੋ ਅਲਕੇਨ ਵਾਲਾ ਹੈ ਬਟ ਬਹੁਤ ਲਿਮਿਟਡ ਨੰਬਰ ਬਣਾਉਂਦਾ ਹੈ ਹਾਈਡਰਾਈਡਸ ਦਾ। ਉਹਨਾਂ ਹਾਈਡਰਾਈਡਸ ਨੂੰ ਆਪਾਂ ਕਹਿੰਦੇ ਆ ਸਿਲੇਨਸ। ਔਰ ਫਾਰਮੂਲਾ ਕੀ ਹੋਏਗਾ ਜਿਵੇਂ ਅਲਕੇਨ ਦਾ ਹੁੰਦਾ ਨਾ ਕਿ ਜਿੰਨੇ ਕਾਰਬਨ ਉਸਦੇ ਡਬਲ ਤੋਂ 2 ਜ਼ਿਆਦਾ ਹਾਈਡਰੋਜਨ, ਇਹਦੇ 'ਚ ਆਪਾਂ ਜਿੰਨੇ ਸਿਲੀਕਨ ਐਟਮਸ ਉਸਦੇ ਡਬਲ ਤੋਂ 2 ਜ਼ਿਆਦਾ ਹਾਈਡਰੋਜਨ। ਦਾ ਪੁਆਇੰਟ ਇਜ਼ ਕਿ ਜਿਹੜੀ n ਹੈ ਉਹ 1 to 8 ਜ਼ਿਆਦਾ ਤੋਂ ਜ਼ਿਆਦਾ 8 ਐਟਮ ਹੋ ਸਕਦੇ ਆ ਸਿਲੀਕਨ ਦੇ। ਜਰਮੇਨੀਅਮ ਦੇ ਹਾਈਡਰਾਈਡਸ ਨੂੰ ਆਪਾਂ ਜਰਮੇਨਸ ਕਹਿੰਦੇ ਆ ਤੇ 1 ਤੋਂ ਲੈ ਕੇ 5 ਐਟਮ ਤੱਕ ਜਰਮੇਨੀਅਮ ਦੇ ਪਾਰਟਿਸਿਪੇਟ ਕਰ ਸਕਦੇ ਆ। ਟਿਨ ਦੇ ਸਿਰਫ 2 ਹੀ ਹਾਈਡਰਾਈਡ ਹੁੰਦੇ ਆ, ਇੱਕ ਤਾਂ SnH4 ਦੂਸਰਾ SN2H6। ਲੈਡ ਦਾ ਕੇਵਲ ਇੱਕ ਹਾਈਡਰਾਈਡ ਹੁੰਦਾ ਹੈ ਪਲੰਬੇਨ ਐਂਡ ਦਿਸ ਇਜ਼ ਇੰਪੋਰਟੈਂਟ PbH4 ਔਰ ਇਹਨੂੰ ਬਣਾਉਣਾ ਡਿਫਿਕਲਟ ਹੁੰਦਾ ਹੈ। ਨੈਕਸਟ very important question is anomalous behavior of carbon. बेटा एक क्यों होता है? It is due to number 1 small size, number 2 high nuclear charge, number 3 high ionization energy, number 4 high electronegativity, number 5 absence of vacant d orbital. कार्बन अपने ग्रुप मैंबर्स ਦੇ ਵਿੱਚ बेटे सब तो छोटा ਹੁੰਦਾ है जिस करके न्यूक्लियर चार्ज ज्यादा ਹੁੰਦਾ है, आयनाइजेशन एंथैल्पी ज्यादा हो जाती है, इलेक्ट्रोनेगेटिविटी भी बढ़ जाती है ਤੇ ਇਹਦੇ ਕੋਲੇ 2s2 2p2 ਦੇ ਬਾਅਦ 2d ਨਹੀਂ ਹੁੰਦਾ। absence of vacant d orbital. question is very important, एग्जाम ਚ ਪੁੱਛਿਆ ਜਾ ਸਕਦਾ ਹੈ। ਕਾਰਬਨ ਦੀਆਂ ਕਿਹੜੀਆਂ यूनिक प्रॉपर्टीज हैं बेटा? कार्बन की पहली यूनिक प्रॉपर्टी है कैटिनेशन, मतलब सेल्फ लिंकिंग प्रॉपर्टी। कार्बन जिहड़ा है दूसरे कार्बन एटम्स दे नाल मिलके स्ट्रेट चेन बना सकता है, ब्रांच चेन बना सकता है, साइक्लिक या रिंग स्ट्रक्चर भी बना सकता है। सो कार्बन की जिहड़ी कार्बन दे नाल ही कंबाइन करन दी पावर है ना वो बिल्कुल यूनिक है। पूरे पीरियोडिक टेबल च मैक्सिमम कैटिनेशन पावर कार्बन एटम कोले है ਤੇ ਜਿਹੜਾ ਇਹਦਾ ਕਾਰਬਨ ਕਾਰਬਨ ਬੌਂਡ ਸਟਰੈਂਥ ਹੈ ਉਹ ਵੀ ਸਭ ਤੋਂ ਸਟਰੋਂਗ ਵਾਲੇ ਬੌਂਡਸ ਦੇ ਵਿੱਚੋਂ ਹੈ। ਦੂਸਰੀ ਕਾਰਬਨ ਦੀ ਯੂਨੀਕ ਪ੍ਰੋਪਰਟੀ ਹੈ ਕਿ ਇਹ ਕਾਰਬਨ ਕਾਰਬਨ ਦੇ ਨਾਲ ਸਿੰਗਲ ਬੌਂਡ ਵੀ ਬਣਾ ਸਕਦਾ ਹੈ ਔਰ ਡਬਲ ਵੀ ਬਣਾ ਸਕਦਾ ਹੈ ਔਰ ਟ੍ਰਿਪਲ ਵੀ। ਸੋ ਮਲਟੀਪਲ ਬੌਂਡ ਵੀ ਇਹ ਬਣਾ ਸਕਦਾ ਹੈ। ਕਿਉਂ? ਕਿਉਂਕਿ ਇਹਦਾ ਸਮਾਲ ਸਾਈਜ਼ ਹੈ ਜਿਸ ਕਰਕੇ ਕਾਰਬਨ ਜਿਹੜਾ ਹੈ ਪੀ ਪਾਈ ਬੌਂਡਿੰਗ ਬਣਾ ਸਕਦਾ ਹੈ ਤੇ ਮਲਟੀਪਲ ਬੌਂਡ ਐਗਜ਼ਿਸਟ ਕਰਨਗੇ। ना सिर्फ कार्बन कार्बन दे नाल मल्टीपल बॉन्ड बनाता है बल्कि ऑक्सीजन सल्फर नाइट्रोजन इन्हां दे नाल भी यह मल्टीपल बॉन्डिंग शो करता है। सो नेक्स्ट इज थर्ड यूनिक प्रॉपर्टी जिन्हों असीं कहने एलोट्रॉपी। एलोट्रॉपी का मतलब हुंदा है कि एक ही एलीमेंट दियां डिफरेंट शक्लां डिफरेंट फॉर्म्स जिन्हां दियां कैमिकल प्रॉपर्टीज तो ऑलमोस्ट सिमिलर हुंदियां पर उन्हां दियां फिजिकल प्रॉपर्टीज डिफरेंट हुंदियां हैं। सो दिस इज वेरी इंपॉर्टेंट। कार्बन दियां 2 शक्लां डिफरेंट हुंदियां बेटा, किहड़ियां-किहड़ियां? एक तां डायमंड ते एक ग्रेफाइट। उन्हां नूं असीं कहने आ एलोट्रॉपिक फॉर्म्स। सो द फिनोमिनन of existence of allotropic forms is called allotropy.
ਕਾਰਬਨ ਜਿਹੜੀ ਹੈ ਨਾ ਉਹ ਦੋ ਤਰੀਕੇ ਦੇ ਨਾਲ ਐਲੋਟ੍ਰੋਪਿਕ ਫਾਰਮਸ 'ਚ ਐਗਜ਼ਿਸਟ ਕਰਦੀ ਹੈ। ਇੱਕ ਤਰੀਕਾ ਹੈ ਕ੍ਰਿਸਟਲਾਈਨ, ਜਿੰਦੇ 'ਚ ਅਸੀਂ ਗੱਲ ਕਰਦੇ ਹਾਂ ਡਾਇਮੰਡ ਤੇ ਗ੍ਰੇਫਾਈਟ ਦੀ। ਦੂਸਰਾ ਤਰੀਕਾ ਹੈ ਐਮਰਫਸ, ਜਿੰਦੇ 'ਚ ਅਸੀਂ ਕਹਿੰਦੇ ਹਾਂ ਕਿ ਕੋਲ, ਵੁੱਡ, ਚਾਰਕੋਲ, ਐਨੀਮਲ ਚਾਰਕੋਲ, ਲੈਂਪ ਬਲੈਕ, ਕੋਕ ਤੇ ਕਾਰਬਨ ਜਿਹੜੀ ਹੈ ਐਜ਼ ਸੱਚ। ਸੋ ਇਹਨੂੰ ਬੇਟਾ ਆਪਾਂ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈ ਐਗਜ਼ਾਮੀਨੇਸ਼ਨ ਦੇ ਵਿੱਚ ਇਹਨਾਂ ਦੇ ਸਟਰਕਚਰਸ ਦੇ ਡਿਫਰੈਂਸਸ ਨੂੰ। ਸੋ ਡਾਇਮੰਡ ਦੇ ਵਿੱਚ ਇੱਕ ਕਾਰਬਨ 4 ਹੋਰ ਕਾਰਬਨ ਐਟਮ ਦੇ ਨਾਲ ਸਟਰੋਂਗ ਕੋਵੈਲੈਂਟ ਬੌਂਡ ਬਣਾਉਂਦੀ ਹੈ, ਜਦਕਿ ਗ੍ਰੇਫਾਈਟ ਦੇ ਵਿੱਚ ਬੇਟਾ ਆਪਾਂ ਦੇਖਦੇ ਹਾਂ ਕਿ ਇੱਕ ਕਾਰਬਨ 3 ਹੋਰ ਕਾਰਬਨਸ ਦੇ ਨਾਲ ਸਟਰੋਂਗ ਕੋਵੈਲੈਂਟ ਬੌਂਡ ਬਣਾਉਂਦੀ ਹੈ ਤੇ ਚੌਥੀ ਵਾਰੀ ਇਹ ਬਣਾਉਂਦੀ ਹੈ weak van der Waals forces between one layer and another layer. So जिस करके diamond strongest substance है, hardest substance है, पर graphite ਜਿਹੜਾ ਹੈ ਉਹ slippery in nature ਹੁੰਦਾ ਹੈ, ਕਿਉਂਕਿ ਇਹਦੇ ਚ ਇੱਕ layer ਜਿਹੜੀ ਹੈ ਨਾ ਦੂਜੀ layer ਦੇ ਉੱਤੇ ਫਿਸਲ ਸਕਦੀ ਹੈ। ਹੁਣ ਡਾਇਮੰਡ ਔਰ ਗ੍ਰੇਫਾਈਟ ਦੀਆਂ ਜਿਹੜੀਆਂ ਪ੍ਰੋਪਰਟੀਜ਼ ਦੇ ਡਿਫਰੈਂਸਸ ਹੈ ਉਹਨਾਂ ਨੂੰ ਵੀ ਆਪਾਂ ਯਾਦ ਰੱਖਣਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। डायमंड हार्ड होता है, ग्रेफाइट सॉफ्ट है। डायमंड इज बैड कंडक्टर ऑफ इलेक्ट्रिसिटी, ग्रेफाइट इज गुड कंडक्टर ऑफ इलेक्ट्रिसिटी। डायमंड इज एक्सट्रीमली अनरिएक्टिव बट ग्रेफाइट इज रिएक्टिव। डायमंड डेंस होता है, ग्रेफाइट डेंसिटी घट होती है। डायमंड दे विच कार्बन sp3 हाइब्रिडाइज्ड है, ग्रेफाइट दे विच sp2 हाइब्रिडाइज्ड है। डायमंड दा क्रिस्टलाइन लैटिस होता है, ग्रेफाइट दा लेयर्ड लैटिस होता है। डायमंड दे विच लार्ज टेट्राहेड्रल नेटवर्क होता है, ग्रेफाइट दे विच हेक्सागनल रिंग्स होंदियां ओनली इन 2 डायमेंशंस। ड्यू टू लार्ज नेटवर्क स्ट्रक्चर स्ट्रॉन्ग कोवैलेंट बॉन्ड होंगे डायमंड दे बट वीक वैन डर वाल फोर्सेस इन ग्रेफाइट। डायमंड दे कोले कोई फ्री इलेक्ट्रॉन नहीं होंदा बट ग्रेफाइट कोले फ्री इलेक्ट्रॉन होंदे हैं, जिस करके डायमंड इज नॉट अ गुड कंडक्टर ऑफ इलेक्ट्रिसिटी बट ग्रेफाइट इज अ गुड कंडक्टर ऑफ इलेक्ट्रिसिटी। डायमंड का रिफ्रैक्टिव इंडेक्स बहुत हाई होता है, डायमंड ट्रांसपेरेंट है बट ग्रेफाइट ब्लैक है, ओपेक है। नेक्स्ट है जिन्हों असी कहने एलोट्रॉपिक फॉर्म ऑफ कार्बन, इट इज फुलरीन। फुलरीन का स्ट्रक्चर बेटे ऐ नहीं देखने लगता जिवें एक फुटबॉल बनी हुई है। सो इनका जिहड़ा फॉर्मूला है फुलरीन का दैट इज C60 या C80 C32। इनका स्ट्रक्चर बिल्कुल फुटबॉल जैसा ही होंदा है। सो इनू आपां कई बारी बुलांदे भी इसे नाम नाल ही हैं, बकी बॉल मिंस्टर जिन्हों आपां कह दिन्ने हैं, क्योंकि इनकी परफेक्ट सफेरिकल शेप होंदी है जो कि देखण नू सॉकर दी बॉल वर्गा लगता है। सो ये कार्बन दे एलोट्रॉप्स हैं जिहड़े कि कार्बन एटम्स दे एक क्लस्टर दी शक्ल दे विच होंदे। नाउ कार्बन एंड सिलिकन दे इंपॉर्टेंट कंपाउंड्स उन्हां बारे आपां जानकारी हासिल करिए। सब तो पहला आंदे हैं ऑक्साइड्स ऑफ कार्बन। सो कार्बन जिहड़ा है एयर दे विच बर्न करके दो तरह के ऑक्साइड बनांदा है, जां कार्बन डाइऑक्साइड जां कार्बन मोनोऑक्साइड। कार्बन मोनोऑक्साइड किवें प्रिपेयर कीती जांदी है? कार्बन मोनोऑक्साइड उदों बनती है जो कार्बन नू ऑक्सीजन की लिमिटेड सप्लाई च हीटअप किया जाए। बंद कमरे दे विच जे आपां रात नू अंगीठी जला के सोने हैं जिथे कोयला बर्न कर रहा हुंदा तां कार्बन मोनोऑक्साइड प्रोड्यूस होंदी है। दूजा, जदों किसी ऑक्साइड दी यानी कि मैटल ऑक्साइड दी कार्बन दे नाल आपां रिडक्शन करिए, मैटल अलग हो जाएगी, कार्बन मोनोऑक्साइड बन जाएगा। दैन अपने को आंदी है कार्बन मोनोऑक्साइड जे आपां लैबोरेटरी च बनानी है तो फॉर्मिक एसिड नू सल्फ्यूरिक एसिड दी प्रेजेंस च हीटअप कर दो, कार्बन मोनोऑक्साइड विल बी फॉर्म्ड। जे आपां कोक दे उत्तों रेड हॉट कोक दे उत्तों स्टीम पास करते हैं तो अपने को वाटर गैस बन जाती है जिन्हों असी सिंथेसिस गैस या सिन गैस कह दिन्ने हैं। जे स्टीम दी बजाय एयर पास की जाए तो साडे कोले मिक्सचर ऑफ CO एंड N2 बनता है जिन्हों असी प्रोड्यूसर गैस कह दिन्ने हैं। वाटर गैस और प्रोड्यूसर गैस जिहड़ी हैं दोनों ही इंपॉर्टेंट इंडस्ट्रियल फ्यूल्स हैं। नेक्स्ट है स्ट्रक्चर ऑफ कार्बन मोनोऑक्साइड। कार्बन मोनोऑक्साइड का स्ट्रक्चर बेटे आपां कुछ इस तरीके दे नाल कीता होया है। प्रॉपर्टीज ऑफ कार्बन मोनोऑक्साइड, पहली प्रॉपर्टी है
कार्बन मोनोऑक्साइड कलरलेस है, अडोरलेस है एंड इनसॉल्युबल इन वाटर। ठीक है, सो अपने को बेटा टॉक्सिक नेचर मैं ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਕਾਰਬਨ ਮੋਨੋਆਕਸਾਈਡ ਹੀਮੋਗਲੋਬਿਨ ਦੇ ਨਾਲ ਕੰਬਾਈਨ ਕਰ ਜਾਂਦਾ ਹੈ ਤੇ ਕਾਰਬੋਕਸੀ ਹੀਮੋਗਲੋਬਿਨ ਬਣਾ ਲੈਂਦਾ ਹੈ। ਇਹ ਰੈੱਡ ਬਲੱਡ ਸੈਲਸ ਨੂੰ ਆਕਸੀਜਨ ਜਿਹੜੀ ਹੈ ਨਾ ਉਹ ਪਹੁੰਚਣ ਹੀ ਨਹੀਂ ਦਿੰਦੀ। ਠੀਕ ਹੈ, ਜਿਸ ਕਰਕੇ ਸਫੋਕੇਸ਼ਨ ਹੋ ਜਾਂਦੀ ਹੈ ਤੇ ਫਾਈਨਲੀ ਡੈਥ ਹੋ ਜਾਂਦੀ ਹੈ। ਕਾਰਬਨ ਮੋਨੋਆਕਸਾਈਡ ਇਜ਼ ਕੰਬਸਟੇਬਲ, ਅੱਗ ਫੜ ਲੈਂਦੀ ਹੈ, कार्बन डाइऑक्साइड बनाएगी तो हीट निकलेगी। सो कंबस्टिबल नेचर, इट कैचेस फायर। कार्बन मोनोऑक्साइड ਦਾ ਰਿਡਿਊਸਿੰਗ ਕਰੈਕਟਰ ਬੇਟਾ ਬਹੁਤ ਹੀ ਪਪੂਲਰ ਹੈ ਮੈਟਲਰਜੀ ਦੇ ਵਿੱਚ। ਇਹ ਕਾਫੀ ਮੈਟਲ ਆਕਸਾਈਡਸ ਨੂੰ ਰਿਡਿਊਸ ਕਰਕੇ ਮੈਟਲਸ ਬਣਾ ਦਿੰਦੀ ਹੈ। ਸੋ ਮੈਟਲ ਆਕਸਾਈਡ ਪਲਸ ਕਾਰਬਨ ਮੋਨੋਆਕਸਾਈਡ, ਮੈਟਲ ਅਲੱਗ ਹੋ ਗਈ, ਕਾਰਬਨ ਡਾਈਆਕਸਾਈਡ ਬਣ ਜਾਂਦੀ ਹੈ। ਨੈਕਸਟ ਰਿਐਕਸ਼ਨ ਵਿਦ ਕਲੋਰੀਨ, ਕਾਰਬਨ ਮੋਨੋਆਕਸਾਈਡ ਕਲੋਰੀਨ ਦੇ ਨਾਲ ਰਿਐਕਟ ਕਰਕੇ ਫਾਸਜੀਨ ਗੈਸ ਬਣਾਉਂਦੀ ਹੈ ਜੋ ਕਿ ਇੱਕ ਪੋਇਜ਼ਨਸ ਗੈਸ ਹੁੰਦੀ ਹੈ। ਦੈਨ ਸੈਕਿੰਡ ਇਜ਼ ਕਾਰਬਨ ਡਾਈਆਕਸਾਈਡ। ਪ੍ਰੈਪਰੇਸ਼ਨ ਕਿੱਦਾਂ ਹੁੰਦੀ ਹੈ? ਜਦੋਂ ਕਾਰਬਨ ਜਾਂ ਹਾਈਡਰੋਕਾਰਬਨਸ ਨੂੰ ਜਾਂ ਕਾਰਬਨ ਮੋਨੋਆਕਸਾਈਡ ਨੂੰ ਐਕਸੈਸ ਆਫ 에ਅਰ ਦੇ ਵਿੱਚ ਬਰਨ ਕੀਤਾ ਜਾਵੇ। ਕਾਰਬਨ ਨੂੰ, ਹਾਈਡਰੋਕਾਰਬਨਸ ਨੂੰ ਜਾਂ ਕਾਰਬਨ ਮੋਨੋਆਕਸਾਈਡ ਨੂੰ ਐਕਸੈਸ 에ਅਰ 'ਚ ਬਰਨ ਕੀਤਾ ਜਾਵੇ ਤਾਂ ਆਪਣੇ ਕੋਲੇ ਕਾਰਬਨ ਡਾਈਆਕਸਾਈਡ ਬਣਦੀ ਹੈ। ਲੈਬੋਰੇਟਰੀ ਦੇ ਵਿੱਚ ਸੰਗਮਰਮਰ ਦੇ ਟੁਕੜੇ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਕੈਲਸ਼ੀਅਮ ਕਾਰਬੋਨੇਟ ਦੇ ਉੱਤੇ ਐਸਿਡ ਪਾ ਦਿਓ ਤਾਂ ਆਪਣੇ ਕੋਲੇ ਕਾਰਬਨ ਡਾਈਆਕਸਾਈਡ ਵਿਲ ਬੀ ਪ੍ਰੀਪੇਅਰਡ। ਇੰਡਸਟਰੀਅਲੀ ਲਾਈਮਸਟੋਨ ਨੂੰ ਹੀਟ ਅਪ ਕਰੋ, ਕਾਰਬਨ ਡਾਈਆਕਸਾਈਡ ਇਜ਼ ਆਬਟੇਨਡ। ਬੋਡੀ ਦੇ ਵਿੱਚ, ਲਿਵਿੰਗ ਸਿਸਟਮਸ ਦੇ ਵਿੱਚ ਗਲੂਕੋਜ਼ ਦੇ ਉੱਤੇ ਐਂਜ਼ਾਈਮ ਜ਼ਾਈਮੇਜ਼ ਕੰਮ ਕਰਦਾ ਹੈ ਤਾਂ ਇਥਾਈਲ ਅਲਕੋਹਲ ਦੇ ਨਾਲ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੁੰਦੀ ਹੈ। ਸਟਰਕਚਰ ਆਫ ਕਾਰਬਨ ਡਾਈਆਕਸਾਈਡ ਮੋਲੀਕਿਊਲ, ਇਟ ਅੰਡਰਗੋਜ਼ sp ਹਾਈਬ੍ਰਿਡਾਈਜੇਸ਼ਨ। ਕਾਰਬਨ ਦੀ sp ਹਾਈਬ੍ਰਿਡਾਈਜੇਸ਼ਨ ਹੁੰਦੀ ਹੈ ਤੇ ਲੀਨੀਅਰ ਸ਼ੇਪ ਦਾ ਇਹ ਮੋਲੀਕਿਊਲ ਬਣਾਉਂਦੇ हैं। और ਕਾਰਬਨ ਦੀ sp ਹਾਈਬ੍ਰਿਡਾਈਜੇਸ਼ਨ ਵਾਲੇ ਜਿਹੜੇ ਦੋ ਆਰਬਿਟਲਸ ਹੈਗੇ ਹੈ ਉਹ 2 ਆਰਬਿਟਲਸ ਆਫ ਆਕਸੀਜਨ ਦੇ ਨਾਲ ਓਵਰਲੈਪ ਕਰਕੇ ਸਿਗਮਾ ਬੌਂਡ ਬਣਾਉਂਦੇ ਹੈ ਤੇ ਜਿਹੜੇ ਬਾਕੀ ਦੇ ਦੋ ਆਰਬਿਟਲਸ ਹੈ ਉਹ p ਪਾਈ ਬੌਂਡਿੰਗ ਦੇ ਨਾਲ ਆਕਸੀਜਨ ਦੇ ਨਾਲ ਬੌਂਡ ਬਣਾਉਂਦੇ ਹੈ। प्रॉपर्टीज ऑफ कार्बन डाइऑक्साइड, कलरलेस गैस है, अडोरलेस है। कार्बन मोनोऑक्साइड की तरह पॉइजनस नहीं होंगी, बट यह है कि एनिमल्स नू जिंदा रहने दे लई, ह्यूमन नू जिंदा रहने दे लई ऑक्सीजन जदों नहीं मिल पाती ना तो उदों कार्बन डाइऑक्साइड करके एनिमल्स जिहड़े आ वो मर जाते हैं। पानी दे विच स्लाइटली सॉल्यूबल है, जिवें तुसी देखते हो सोडा वाटर दे विच कार्बन डाइऑक्साइड गैस घुली हुंदी है या जिहड़े होर भी सॉफ्ट ड्रिंक्स है, कार्बोनेटेड बेवरेजेस है, उन्हां च कार्बन डाइऑक्साइड घुलदी तां है बट अंडर प्रैशर। जदों आपां सोडा दी बॉटल खोलते हैं, प्रैशर रिलीज करते हैं तो काफ़ी गैस जिहड़ी है उहदे विचों दी तुरंत बाहर निकल जाती है। सॉलिड कार्बन डाइऑक्साइड नूं ड्राई आइस कहते हैं क्योंकि यह आइस वर्गी दिखती है। कार्बन डाइऑक्साइड की नेचर नॉन कंबस्टिबल है, मतलब ये अग नहीं फड़ती, जिस करके इनू अग बुझाने के तौर पर इस्तेमाल किया जाता है। ठीक है, तो कई बारी की होंगे कि कुछ एक्टिव मैटल्स जिवें सोडियम, पोटैशियम, मैग्नीशियम है वो इहदे विच भी बर्न कर सकते हैं। कार्बन डाइऑक्साइड की नेचर एसिडिक है क्योंकि ਇਹ ਜਦੋਂ ਪਾਣੀ 'ਚ ਘੁਲਦੀ ਹੈ ਕਾਰਬੋਨਿਕ ਐਸਿਡ ਬਣਾਏਗੀ ਤੇ ਜੋ ਕਿ ਬਲੂ ਲਿਟਮਸ ਨੂੰ ਰੈੱਡ 'ਚ ਕਨਵਰਟ ਕਰ ਦੇਗਾ। ਛੋਟੀਆਂ ਜਮਾਤਾਂ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ ਕਿ ਕਾਰਬਨ ਡਾਈਆਕਸਾਈਡ ਫੋਟੋਸਿੰਥੇਸਿਸ ਦੇ ਵਿੱਚ ਲੋੜੀਂਦੀ ਹੁੰਦੀ ਹੈ। ਹਰੇ ਪੌਦੇ ਕਲੋਰੋਫਿਲ ਦੀ ਪ੍ਰੈਜ਼ੈਂਸ ਦੇ ਵਿੱਚ ਤੇ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕਾਰਬਨ ਡਾਈਆਕਸਾਈਡ ਅਬਜ਼ੌਰਬ ਕਰਕੇ ਕਾਰਬੋਹਾਈਡਰੇਟ ਬਣਾਉਂਦੇ ਹੈ ਜਿਵੇਂ ਕਿ ਗਲੂਕੋਜ਼, ਸਟਾਰਚ ਤੇ ਸੈਲੂਲੋਜ਼। ਸੋ ਦਿਸ ਇਕੁਏਸ਼ਨ ਇਜ਼ ਵੀ ਹੈਵ ਬੀਨ ਡੂਇੰਗ since childhood. Next है सिलिकॉन डाइऑक्साइड। सिलिकॉन डाइऑक्साइड ਨੂੰ सिलिका भी कहा जाता है और एक कोवलेंट 3D नेटवर्क सॉलिड है जिंदे च हरेक सिलिकॉन एटम जिहड़ा है टेट्राहेड्रल मैनर, ये सिलिकॉन एटम देखो 4 ऑक्सीजन एटम्स दे नाल टेट्राहेड्रल मैनर च जुड़िया होया है। सो स्ट्रक्चर ऑफ SiO2 इज क्लियर। पूरा का पूरा क्रिस्टल जिहड़ा है वो एक वड्डे मॉलिक्यूल की तरह कंसिडर किया जा सकता है तो जिंदे च असीं जे 3 डायमेंशनली विजुअलाइज करते हैं तो सानू 8 मैंबर्ड रिंग्स दिखाई देंदी है।
नेक्स्ट इज सिलिकॉन्स। बेटा ये सिलिकॉन नहीं है, सिलिकॉन्स बोलना है ਇਹਨੂੰ ਆਪਾਂ। ਇਹ ऑर्गेनोसिलिकन पॉलीमेरिक कंपाउंड ਹੁੰਦਾ ਹੈ ਜਿਨ੍ਹਾਂ ਦੇ ਵਿੱਚ SiO-Si ਲਿੰਕੇਜ ਹੁੰਦੀ ਹੈ। ਇਹਨਾਂ ਦਾ ਜਨਰਲ ਫਾਰਮੂਲਾ R2SiO ਬ੍ਰੈਕਟ ਦੇ ਬਾਹਰ N। ਸੋ ਇਹਦੇ ਵਿੱਚ R2SiO ਇੱਕ ਰਿਪੀਟਿੰਗ ਯੂਨਿਟ ਹੁੰਦੀ ਹੈ। ਇਹ ਲੀਨੀਅਰ ਵੀ ਹੋ ਸਕਦੇ ਹੈ, ਸਾਈਕਲਿਕ ਹੋ ਸਕਦੇ ਹੈ ਜਾਂ क्रॉस लिंक हो सकते हैं। इन्हां दी थर्मल स्टेबिलिटी इज वेरी वेरी हाई और इन्हां नू हाई टेम्परेचर पॉलीमर्स भी कहा जाता है। नेक्स्ट है ग्लास। ग्लास जिहड़ा है एक अमरफस ट्रांसपेरेंट सॉलिड है जिन्हों असी सिलिकेट्स दी सॉलिडिफिकेशन ते ऑब्टेन करते हैं। ते इन्हां ਦੀ ਜਿਹੜੀ ਸਿਲੀਕੇਟਸ ਦੀ ਸੋਲਿਡਿਫਿਕੇਸ਼ਨ ਹੈ ਇਹ ਡਿਫਰੈਂਟ ਮੈਟਲਸ ਦੇ ਨਾਲ ਹੋਣੀ ਹੈ ਜਿਨ੍ਹਾਂ ਚੋਂ ਇੱਕ ਅਕਸਰ ਅਲਕਲੀ ਮੈਟਲ, ਸਪੈਲਿੰਗ ਇਜ਼ ਰੋਂਗ ਹੇਅਰ, ਇਟ ਸ਼ੁੱਡ ਬੀ ਅਲਕਲੀ ਮੈਟਲ। ਸੋ ਆਰਡੀਨਰੀ ਗਲਾਸ ਜਿਹੜਾ ਹੈ ਸੋਡੀਅਮ ਔਰ ਕੈਲਸ਼ੀਅਮ ਸਿਲੀਕੇਟ ਦਾ ਮਿਕਸਚਰ ਹੁੰਦਾ ਹੈ। ਫਾਰਮੂਲਾ Na2SiO3 CaSiO3 4SiO2। ਸੋ ਤੁਸੀਂ ਧਿਆਨ ਨਾਲ ਦੇਖੋ ਕਿ ਸੋਡੀਅਮ ਤਾਂ ਇਹਦਾ ਪਾਰਟ ਹੈਗਾ ਹੀ ਹੈਗਾ ਨਾ, कैल्शियम भी इनका पार्ट है और मेनली SiO3 सोडियम दे नाल भी SiO3 कैल्शियम दे नाल भी SiO3। सो SiO3 2 नेगेटिव, सोडियम +1 है, कैल्शियम +2 एक्सचेंज कर दोगे तो फॉर्मूला तुहानू समझ आ जाएगा। नेक्स्ट है सिलिकेट्स। सिलिकेट्स की होंदे हैं, ये सिलिकन ते ऑक्सीजन दे कंपाउंड्स होंदे हैं जिन्हां दे विच सिलिकन और ऑक्सीजन दे सिंगल सिंगल बॉन्ड्स मिलते हैं। सो इनदे च अपने कोले दो तरह के हो सकते हैं बॉन्ड्स, टर्मिनल बॉन्ड SiO और ब्रिजिंग SiO-Si बॉन्ड्स। सो SiO4 4 नेगेटिव आयन का जिहड़ा स्ट्रक्चर है टैट्राहेड्रल इन नेचर हुंदा है। सो Si दे नाल 4 ऑक्सीजन जिहड़ियां हैं वो इस तरीके नाल कंबाइंड हुंदी हैं कि हर ऑक्सीजन दे उत्ते नेगेटिव चार्ज हुंदा है। टैट्राहेड्रल स्ट्रक्चर याद रखना है। दैन लास्ट दे विच आंदा है वेरी वेरी इंपॉर्टेंट टॉपिक जियोलाइट। सो जियोलाइट्स की हुंदे हैं, ये माइक्रोपोरस एल्यूमिनोसिलिकेट्स हुंदे हैं। इन्हां दा जनरल फार्मूला याद रखो MX/N AlO2X SiO2 और M वाटर। सो जियोलाइट्स जिहड़े है ना तुसीं मेनली एल्यूमिनोसिलिकेट्स याद रखो। जियोलाइट्स दे विच एल्यूमीनियम एटम सिलिकन एटम्स की थां ते आ जाते हैं ते जिस करके इन्हां एल्यूमिनोसिलिकेट स्ट्रक्चर कहने, मतलब सिलिकन दा मेन यह नैटवर्क हुंदा है जिन्हें चो किसे किसे सिलिकन एटम की थां ते एल्यूमीनियम एटम जगह ले लेंदे हैं। जियोलाइट्स का हनी कोम्ब लाइक स्ट्रक्चर हुंदा है, जिद्दां शहद दी मक्खियां दा छत्ता बनया हुंदा है ना, उहदे च इस तरह के स्ट्रक्चर हुंदे हैं। सो इदां दा स्ट्रक्चर जिहड़ा है वो जियोलाइट्स फॉर्म करते हैं। जियोलाइट ना इन्हां दे बहुत ज़्यादा फायदे होंदे हैं इंडस्ट्री दे विच, जिवें ये मॉलिक्यूलर सीव मतलब जिवें चाह पोनी हुंदी है, छाननी हुंदी है, मॉलिक्यूलर लैवल की जिहड़ी सीव है वो जियोलाइट है। जियोलाइट मॉलिक्यूलर लैवल की छाननी का काम करती है ते वख-वख साइज के मॉलिक्यूल्स नूं सैपरेट कर सकते हैं। इन्हां दा इस्तेमाल जियोलाइट्स का इस्तेमाल कैटालिस्ट के तौर पर किया जाता है इन ਪੈਟਰੋਕੈਮੀਕਲ ਇੰਡਸਟਰੀ, ਜਿੱਥੇ ਆਪਾਂ ਹਾਈਡਰੋਕਾਰਬਨਸ ਦੀ ਆਈਸੋਮਰਾਈਜ਼ੇਸ਼ਨ ਵੀ ਕਰਦੇ ਹਾਂ ਤੇ ਹਾਈਡਰੋਕਾਰਬਨਸ ਬਣਾਉਂਦੇ ਵੀ ਹੈ। ਜਿਵੇਂ ਹੁਣ ਇੱਕ ਜ਼ਿਓਲਾਈਟ ਹੈ ZSM5, ਇਹਨੂੰ ਐਲਕੋਹਲਸ ਤੋਂ ਡਾਇਰੈਕਟਲੀ ਪੈਟਰੋਲ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਠੀਕ ਹੈ, ਜਿਹੜੇ ਹਾਈਡਰੇਟਡ ਜ਼ਿਓਲਾਈਟਸ ਹੈ ਉਹਨਾਂ ਨੂੰ ਆਇਨ ਐਕਸਚੇਂਜ ਮਟੀਰੀਅਲ ਜਿਹੜੇ ਕਿ ਪਾਣੀ ਨੂੰ ਸੌਫਟ ਕਰਨ ਦੇ ਲਈ ਇਸਤੇਮਾਲ ਕੀਤੇ ਜਾਂਦੇ ਆ, ਉੱਥੇ ਯੂਜ਼ ਕੀਤਾ ਜਾਂਦਾ ਹੈ। सो विद दिस आई थिंक बेटा कि अपना हुण पूरा चैप्टर हो चुका है। सो थैंक्स फॉर वॉचिंग। नोट्स बेटा तुसी टैलीग्राम चैनल चो लै सकते हो। सो विश यू ऑल दी बेस्ट फॉर योर टर्म 2 एग्जाम्स। थैंक यू।